ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਨਾਮ ਸ੍ਰੀ ਵਾਹਿਗੁਰੂ। ਸੁਨਹੁ ਅਰਥ ਇਸ ਕੇਰਾ ਜਿਸ ਕੇ ਸਿਮਰਨ ਅਦਿਕ ਫਲ। ਮਿਟਹਿ 84 ਫੇਰਾ। ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਬੇਅੰਤੀ ਬੇਅੰਤ ਕਰਮਾਂ ਵਾਲੇ ਵਡਭਾਗੀ ਹੋ ਜੋ ਨਿਤਨੇਮ ਨਾਲ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣੇ ਇਸ ਮਨੁੱਖ ਜਨਮ ਦੇ ਸਮੇਂ ਨੂੰ ਸਫਲਾ ਸਕਾਰਥਾ ਕਰਦੇ ਹੋ। ਗੁਰੂ ਦਰਬਾਰ ਵਿੱਚ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਸੋਧਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਇਸ ਦੇ ਨਾਲ ਹੀ ਜੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕਰਕੇ ਆਪ ਸੰਗਤ ਨੇ ਲਾਹਾ ਲਿਆ ਹੈ। ਸੋ ਸਾਧ ਸੰਗਤ ਜੀ ਜੋ ਆਪਾਂ ਕੁਝ ਮਹੀਨਿਆਂ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਸਭ ਤੇ ਉਤਮ ਹਰਿ ਕੀ ਕਥਾ ਸਰਵਣ ਕਰਦੇ ਆ ਰਹੇ ਹਾਂ। ਉਹ ਕਥਾ ਦਾ ਅਖੀਰਲਾ ਪ੍ਰਸੰਗ ਜਿਹੜਾ ਆਪਾਂ ਰਲ ਮਿਲ ਕੇ ਪੜ੍ਹ ਸੁਣ ਰਹੇ ਹਾਂ ਜੋ ਕਿ ਗੁਰੂ ਮਹਾਰਾਜ ਜੀ ਦੀ ਕਥਾ ਸਮਾਪਤੀ ਤੱਕ ਹੁਣ ਆ ਪਹੁੰਚੀ ਹੈ। 2-3 ਦਿਨਾਂ ਤੱਕ ਗੁਰੂ ਮਹਾਰਾਜ ਜੀ ਦੀ ਕਥਾ ਦੀ ਸੰਪੂਰਨਤਾ ਹੋ ਜਾਣੀ ਹੈ ਅਤੇ ਨਾਲ ਹੀ ਜੋ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੀ ਆ ਰਿਹਾ ਹੈ 30 ਤਰੀਕ ਨੂੰ। ਉਸ ਦੇ ਨਾਲ ਹੀ ਆਪਣੀ ਕਥਾ ਵੀ ਜਿਹੜੀ ਹੈ ਸਮਾਪਤ ਹੋ ਜਾਣੀ ਹੈ।
ਸੋ ਸਾਧ ਸੰਗਤ ਜੀ, ਜਿਵੇਂ ਗੁਰੂ ਮਹਾਰਾਜ ਜੀ ਜੋਤੀ ਜੋਤ ਸਮਾਉਣ ਲੱਗੇ ਅਤੇ ਆਪ ਜੀ ਨੇ ਇਹ ਕੌਤਕ ਇੱਕ ਵਾਰੀ ਕਰ ਦਿੱਤਾ ਵੀ ਜੋਤੀ ਜੋਤ ਸਮਾ ਗਏ। ਜੋ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਜੀ ਜਦੋਂ ਦਰਸ਼ਨਾਂ ਤੋਂ ਨਿਰਾਸੇ ਹੋ ਗਏ, ਫਿਰ ਗੁਰੂ ਸਾਹਿਬ ਜੀ ਦੇ ਪਵਿੱਤਰ ਸਰੀਰ ਦੇ ਪਾਸ ਆ ਕੇ ਬਹੁਤ ਬੇਨਤੀਆਂ ਕੀਤੀਆਂ ਕਿ ਮਹਾਰਾਜ ਜੀ ਕਿਰਪਾ ਕਰੋ, ਆਪਣਾ ਦਰਸ਼ਨ 2 ਘੜੀਆਂ ਬਖਸ਼ੋ। ਆਪ ਕਿਰਪਾ ਕਰੋ, ਜਿਵੇਂ 7ਵੀਂ ਥਿੱਤ ਤੇ 8ਵੀਂ 9ਵੀਂ ਥਿੱਤ ਤੱਕ ਦਰਸ਼ਨ ਦਿੰਦੇ ਰਹੇ ਹੋ, ਇਸੇ ਤਰ੍ਹਾਂ ਆਪ ਕਿਰਪਾ ਕਰਕੇ 2 ਘੜੀਆਂ ਹੋਰ ਦਰਸ਼ਨ ਬਖਸ਼ ਦਿਓ। ਆਪ ਜੀ ਨੂੰ ਪਰਮੇਸ਼ਰ ਦਾ, ਵਾਹਿਗੁਰੂ ਦਾ ਵਾਸਤਾ ਹੈ, ਰੱਬ ਦੀ ਕਸਮ ਹੈ, ਜੇ ਸਾਡੇ ਨਾਲ ਮਿਲੇ ਜੁਲੇ ਤੋਂ ਬਿਨਾਂ ਬਚਨ ਵਿਲਾਸ ਕੀਤੇ ਤੋਂ ਬਿਨਾਂ ਆਪ ਜੀ ਜੋਤੀ ਜੋਤ ਸਮਾਓ। ਗੁਰੂ ਸਾਹਿਬ ਤੇ ਹੁਣ ਕਿਤੇ ਗਏ ਆਏ ਨਹੀਂ ਹੈ, ਉੱਥੇ ਹੀ ਹੈ ਮਹਾਰਾਜ ਪਰਿਪੂਰਨ। ਇਹ ਜਦੋਂ ਬੇਨਤੀਆਂ ਕੀਤੀਆਂ, ਉਸੇ ਵੇਲੇ ਮਹਾਰਾਜ ਉੱਠ ਕੇ ਬੈਠ ਗਏ। ਕਿਹਾ ਸੁਪੁੱਤਰੋ, ਜੇ ਤੁਸੀਂ ਅੱਜ ਇਹ ਬਚਨ ਕਹਿ ਦਿੰਦੇ ਵੀ ਮਹਾਰਾਜ ਸਾਨੂੰ ਦਰਸ਼ਨ ਦਿਓ ਖੁੱਲ੍ਹੇ ਡੁੱਲੇ 100 ਸਾਲ 200 ਸਾਲ, ਅਤੇ ਅਸੀਂ 100-200 ਸਾਲ ਹੀ ਤੁਹਾਨੂੰ ਦਰਸ਼ਨ ਦਿੰਦੇ ਰਹਿੰਦੇ, ਜਿੰਨਾ ਸਮਾਂ ਮੰਗਦੇ। ਪਰ ਆਪ ਜੀ ਨੇ ਹੁਣ 2 ਘੜੀਆਂ ਕਿਹਾ, ਅਤੇ 2 ਘੜੀਆਂ ਚਲੋ ਜੋ ਪਰਮੇਸ਼ਰ ਦਾ ਹੁਕਮ ਉਸ ਦੇ ਅਧੀਨ ਹੀ ਹੋ ਸਕਦਾ ਹੈ, ਤੁਹਾਡੇ ਕੁਝ ਵਸ ਚਾਰਾ ਨਹੀਂ। ਉਸ ਵੇਲੇ ਹੱਥ ਜੋੜ ਕੇ ਕਿਹਾ, ਮਹਾਰਾਜ ਆਪ ਤੇ ਪਰਮੇਸ਼ਰ ਦੇ ਸਰੂਪ ਹੋ, ਅਸੀਂ ਤੁਹਾਨੂੰ ਹਮੇਸ਼ਾ ਮਨੁੱਖ ਰੂਪ ਸਮਝ ਕੇ ਪਿਤਾ ਹੀ ਸਮਝਦੇ ਰਹੇ ਹਾਂ, ਇਹ ਸਾਡੀ ਭੁੱਲ ਹੈ, ਸਾਡੀ ਗਲਤੀ ਹੈ। ਆਪ ਮਹਾਰਾਜ ਜਾਣਦੇ ਹੋ ਕਿ ਪਿਤਾ ਦੀ ਹਰ ਕੋਈ ਖੱਟੀ ਕੀਤੀ ਵਸਤੂ ਕਮਾਈ ਹੋਈ ਪੁੱਤਰਾਂ ਦੀ ਹੁੰਦੀ ਹੈ, ਪੁੱਤਰ ਅਧਿਕਾਰੀ ਹੁੰਦੇ ਹੈ। ਇਸੇ ਤਰ੍ਹਾਂ ਹੀ ਵੀ ਮਹਾਰਾਜ ਜੋ ਆਪ ਜੀ ਦੀ ਤਾਕਤ ਦੇ ਅਧਿਕਾਰੀ ਸਾਂ, ਔਰ ਆਪ ਜੀ ਨੇ ਆਪਣਾ ਸਾਰਾ ਕੁਝ ਹੀ ਜੋ ਹੈ ਉਹ ਆਪਣੇ ਦਾਸ ਲਹਿਣਾ ਜੀ ਨੂੰ ਬਖਸ਼ ਦਿੱਤਾ, ਗੁਰਿਆਈ ਦੀ ਵਡਿਆਈ ਦੇ ਦਿੱਤੀ, ਵੱਡੀ ਤਾਕਤ ਵੀ ਸਭ ਕੁਝ ਦੇ ਦਿੱਤਾ ਹੈ। ਅਤੇ ਪਿਤਾ ਜੀ ਸਾਨੂੰ ਕੌਣ ਪੁੱਛੇਗਾ ਸੰਸਾਰ 'ਤੇ, ਸਾਨੂੰ ਕਿਸੇ ਨੇ ਪੂਜਣਾ ਮਨਾਉਣਾ ਨਹੀਂ ਹੈ। ਉਸ ਵੇਲੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਸੁਪੁੱਤਰ ਸ਼੍ਰੀ ਚੰਦ ਜੀ, ਜਿਹੜੇ ਗੁਰੂ ਘਰ ਦੇ ਤੇ ਕੂਕਰ ਹੁੰਦੇ ਨਾ, ਕੁੱਤੇ ਹੁੰਦੇ ਆ, ਕੁੱਤਿਆਂ ਦੀ ਵੀ ਹਰ ਕੋਈ ਪੂਜਾ ਕਰਦਾ ਵੀ ਗੁਰੂ ਘਰ ਦਾ ਕੂਕਰ ਹੈ, ਬੜਾ ਮਹਾਨ ਹੈ। ਤੁਸੀਂ ਜੇ ਫਿਰ ਸਾਡੇ ਅੰਸ਼ ਹੋ, ਸਾਡੇ ਸਰੀਰ ਤੋਂ ਪ੍ਰਗਟ ਹੋਏ ਹੋ, ਤੁਹਾਨੂੰ ਤਾਂ ਸਭ ਕੋਈ ਪੂਜੇਗਾ, ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ। ਅਤੇ ਗੁਰੂ ਘਰ ਦੇ ਤੇ ਕੂਕਰਾਂ 'ਚ ਬੜੀ ਤਾਕਤ ਹੁੰਦੀ ਹੈ। ਜਿਵੇਂ ਭਾਈ ਦਇਆ ਸਿੰਘ ਜੀ ਨੇ ਔਰੰਗਜ਼ੇਬ ਨੂੰ ਤਾਕਤ ਕੂਕਰ ਦੀ ਦਿਖਾਈ ਸੀ ਗੁਰੂ ਘਰ ਦੇ। ਔਰੰਗਜ਼ੇਬ ਭਾਈ ਦਇਆ ਸਿੰਘ ਨੂੰ ਕਹਿਣ ਲੱਗਾ ਕਿ ਵੀ ਗੁਰੂ ਘਰ 'ਚ ਕੋਈ ਤਾਕਤ ਹੈਗੀ ਹੈ, ਤੂੰ ਗੁਰੂ ਕਾ ਸਿੱਖ ਹੈ, ਤੇਰੇ 'ਚ ਕੋਈ ਤਾਕਤ ਹੈਗੀ ਹੈ। ਭਾਈ ਦਇਆ ਸਿੰਘ ਕਹਿਣ ਲੱਗੇ ਵੀ ਔਰੰਗਜ਼ੇਬ, ਗੁਰੂ 'ਤੇ ਕੀ ਸ਼ੰਕਾ ਕਰਨੀ ਹੈ, ਗੁਰੂ ਅਤੇ ਸਿੱਖਾਂ 'ਤੇ ਕੀ ਸ਼ੰਕਾ ਕਰਨੀ ਹੈ ਤਾਕਤ ਦੀ। ਗੁਰੂ ਘਰ ਦੇ ਜਿਹੜੇ ਕੂਕਰ ਹੈ ਉਹਨਾਂ 'ਚ ਬੜੀ ਤਗੜੀ ਤਾਕਤ ਹੈ। ਔਰੰਗਜ਼ੇਬ ਕਹਿਣ ਲੱਗਾ, ਹਾਂ ਜਿਹੜਾ ਤੁਹਾਡੇ ਨਾਲ ਸ਼ਿਕਾਰੀ ਜਾਂ ਕੁੱਤਾ ਤੁਰਿਆ ਫਿਰਦਾ, ਕਿ ਇਹ 'ਚ ਤਾਕਤ ਹੈਗੀ ਹੈ? ਭਾਈ ਦਇਆ ਸਿੰਘ ਜੀ ਕਹਿੰਦੇ ਹਾਂ ਹੈਗੀ। ਕਹਿੰਦੇ ਇਹਨੂੰ ਕਿ ਫਿਰ ਦਿਖਾਓ ਮੈਨੂੰ ਆਪਣੇ ਕੂਕਰ ਦੀ ਤਾਕਤ ਹੈ, ਮੈਂ ਵੀ ਵੇਖਾਂ ਗੁਰੂ ਘਰ 'ਚ ਕਿੰਨੀ ਕੁ ਤਾਕਤ ਹੈ। ਭਾਈ ਦਇਆ ਸਿੰਘ ਨੇ ਫਿਰ ਕਿਹਾ ਕੂਕਰ ਨੂੰ ਵੀ ਇਹਨੂੰ ਸੁਣਾ ਦੇ ਜੋ ਇਹਦੀ ਹਾਲਤ ਹੈ, ਇਹਨੂੰ ਚੰਗੀ ਤਰ੍ਹਾਂ ਨਿਝੱਕ ਹੋ ਕੇ। ਫਿਰ ਕਹਿੰਦੇ ਉਹ ਕੂਕਰ ਕੁੱਤਾ ਹੀ ਬੋਲਿਆ ਸੀ ਵੀ ਹੇ ਔਰੰਗਜ਼ੇਬ, ਤੇਰੇ 'ਤੇ ਖੁਦਾ ਨੇ ਹੋ ਕੇ ਤੈਨੂੰ ਇਹ ਪਾਤਸ਼ਾਹੀ ਬਖਸ਼ੀ ਹੈ, ਉਂਝ ਹੈ ਤੇ ਤੂੰ ਸਾਡੇ ਵਿੱਚੋਂ ਗਿਆ ਹੋਇਆ ਕੁੱਤਾ ਹੀ ਹੈ ਤੂੰ ਕੁੱਤਾ ਹੀ ਸੀ ਸਾਡੇ ਨਾਲ।
ਤੇ ਖੁਸ਼ ਹੋ ਕੇ ਤੈਨੂੰ ਬਾਦਸ਼ਾਹੀ ਦਿੱਤੀ ਹੈ। ਤੇ ਜਦੋਂ ਦੀ ਤੂੰ ਬਾਦਸ਼ਾਹੀ ਲਈ ਨਾ ਤੇ ਕੰਮ ਤੂੰ ਕੋਈ ਚੱਜਦਾ ਨਹੀਂ ਕੀਤਾ ਰਿਹਾ, ਤੂੰ ਕੁੱਤਿਆਂ ਵਾਂਗ ਹੀ ਸਾਡੇ ਵਾਂਗ ਹੀ ਰਿਹਾ ਹੈ। ਝੱਖਾਂ ਹੀ ਮਾਰਦਾ ਰਿਹਾ ਹੈ, ਜ਼ੁਬਾਨ ਤੋਂ ਮਾੜਾ ਹੀ ਬੋਲਦਾ ਰਿਹਾ, ਕੋਈ ਕੰਮ ਨਹੀਂ ਚੰਗਾ ਕੀਤਾ। ਜਿਵੇਂ ਕੁੱਤਾ ਨਹੀਂ ਨਾ ਵੇਖਦਾ ਵੀ ਬੰਦਾ ਇਹ ਕੋਈ ਨੇਕ ਹੈ ਜਾਂ ਮਾੜਾ ਹੈ ਚੰਗਾ, ਜਿਹਨੂੰ ਮਰਜ਼ੀ ਪੈ ਜਾਂਦਾ, ਤੇਰਾ ਉਹੀ ਹਾਲ ਹੈ। ਵੱਡੇ ਵੱਡੇ ਤੂੰ ਪੈਗੰਬਰ ਔਲੀਏ ਜਿਹੜੇ ਆ ਇਸੇ ਤਰ੍ਹਾਂ ਹੀ ਆਮ ਸਮਝ ਕੇ ਜਿਹੜੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ, ਕਿਸੇ ਨੂੰ ਮੌਤ ਦੇ ਘਾਟ ਉਤਾਰ ਦਿੱਤੇ। ਇਸ ਕਰਕੇ ਹੈ ਤੇ ਤੂੰ ਕੁੱਤਾ ਹੀ ਹੈ, ਮਨੁੱਖ ਰੂਪ ਵਿੱਚ ਤੁਰਿਆ ਫਿਰਦਾ ਹੈ, ਤੇ ਆ ਜੂਨ ਪੂਰੀ ਕਰਕੇ ਤੇ ਸਾਡੇ ਕੁੱਤਿਆਂ ਵਿੱਚ ਹੀ ਆ ਜਾ। ਇਹ ਸੁਣ ਕੇ ਰੰਗਜ਼ੇਬ ਹੁਣ ਖਰੀਆਂ ਖਰੀਆਂ ਫਿਰ ਰੰਗਜ਼ੇਬ ਤੇ ਚੁੱਪੀ ਕਰਕੇ ਵੀ ਹੁਣ ਕੁੱਤੇ ਨੂੰ ਕੀ ਆਖੇ। ਇਸੇ ਤਰ੍ਹਾਂ ਸਾਧ ਸੰਗਤ ਜੀ, ਗੁਰੂ ਘਰ ਦੇ ਜਿਵੇਂ ਕੂਕਰਾਂ 'ਚ ਤਾਕਤ ਹੈ, ਮਹਾਰਾਜ ਜੀ ਨੇ ਉਹ ਬਚਨ ਕਿਹਾ ਹੈ ਵੀ ਸਪੁੱਤਰੋ, ਗੁਰੂ ਘਰ ਦੇ ਕੂਕਰਾਂ 'ਚ ਬੜੀ ਤਾਕਤ ਹੈ, ਤੁਸੀਂ ਕਾਹਨੂੰ ਫਿਕਰ ਕਰਦੇ ਹੋ। ਕੋਈ ਤਾਕਤ ਜਿਹੜੀ ਰੱਬੀ ਤਾਕਤ ਉਹਦੀ ਵੀ ਤੁਹਾਡੇ ਵਿੱਚ ਕਮੀ ਨਹੀਂ ਰਹੇਗੀ। ਪੈਸੇ ਧਨ ਇਤਿਆਦਿਕ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ। ਹਾਂ ਉਂਝ ਜੋ ਧੁਰਕੀ ਵਡਿਆਈ ਹੈ, ਗੁਰਿਆਈ ਹੈ, ਉਹ ਗੁਰੂ ਅੰਗਦ ਦੇ ਪਾਸ, ਮਹਾਰਾਜ ਜੀ ਦੇ ਪਾਸ ਹੀ ਰਹੇਗੀ। ਕਿਉਂਕਿ ਆਪ ਨੇ ਵੀ ਵੇਖਿਆ ਕਿ ਉਹਨਾਂ ਨੇ ਵੱਡੀ ਘਾਲ ਕਮਾਈ ਕੀਤੀ ਹੈ, ਸੇਵਾ ਸਾਡੀ ਕੀਤੀ ਹੈ, ਤੇ ਇਹਦੇ ਸੇਵਕ ਨੂੰ ਵੀ ਵਡਿਆਈ ਹੈ ਗੁਰਿਆਈ ਦੀ। ਜਿਹੜਾ ਸੇਵਾ ਕਰੇਗਾ ਉਹੀ ਉਹ ਲਹੇਗਾ। ਉਹਨਾਂ ਨੇ ਕੋਈ ਸੇਵਾ ਵਿੱਚ ਕਮੀ ਨਹੀਂ ਰੱਖੀ ਹੈ। ਇਸ ਕਰਕੇ ਉਹ ਜਿਹੜਾ ਸੰਗਤ ਨੂੰ ਉਪਦੇਸ਼ ਕਰਨਾ, ਉਪਦੇਸ਼ ਦੇ ਕੇ ਬ੍ਰਹਮ ਗਿਆਨ ਬਖਸ਼ ਕੇ ਮੁਕਤ ਕਰਨਾ, ਸਿੱਖੀ ਦਾ ਉਪਦੇਸ਼ ਕਰਨਾ, ਸਿੱਖੀ ਦਾ ਫੈਲਾਓ ਕਰਨਾ, ਸੁਖ ਆਸਣਾ ਸਿੰਘਾਸਨ ਸਾਹਿਬ 'ਤੇ ਬੈਠ ਕੇ ਉਹ ਗੁਰੂ ਅੰਗਦ ਦੇਵ ਸਾਹਿਬ ਹੀ ਕਰਨਗੇ। ਉਹ ਵਡਿਆਈ ਕਿਸੇ ਨੂੰ ਨਹੀਂ ਮਿਲ ਸਕਦੀ ਹੈ। ਉਹ ਜਿਨ੍ਹਾਂ ਨੂੰ ਪ੍ਰਾਪਤ, ਉਹਨਾਂ ਨੂੰ ਪ੍ਰਾਪਤ ਜਿਹੜੇ ਧੁਰੋਂ ਹੀ ਲਿਖਵਾ ਕੇ ਆਏ। ਇਹ ਕੁਝ ਸੁਣ ਕੇ ਤੇ ਸਪੁੱਤਰ ਫਿਰ ਮੁਰਝਾ ਜੇ ਗਏ। ਕਿਆ ਮਹਾਰਾਜ, ਸਾਡਾ ਤਾਂ ਕੋਈ ਤੁਹਾਡੇ ਅੱਗੇ ਚਾਰਾ ਨਹੀਂ ਹੈ, ਅਸੀਂ ਤਾਂ ਬੇਨਤੀ ਕਰ ਸਕਦੇ ਹਾਂ। ਇਵੇਂ ਸਾਧ ਸੰਗਤ ਜੀ, ਆਪਾਂ ਪ੍ਰਸੰਗ ਜਿਹੜਾ ਸਰਵਣ ਕੀਤਾ, ਫਿਰ ਇਹਨਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਖੜਿਆਂ ਹੋ ਗਏ। ਗੁਰੂ ਮਹਾਰਾਜ ਦੇ ਚਰਨ ਕਮਲਾਂ ਵੱਲ ਵੇਖਦੇ ਹੋਏ ਕਹਿਣ ਲੱਗੇ, ਸੱਚਾ ਪਾਤਸ਼ਾਹ, ਆਪ ਜੀ ਨੇ ਸਾਰਾ ਸਮਾਂ ਹੀ ਆਪਣੀ ਜਿਹੜੀ ਉਮਰ ਅਵਸਥਾ ਵਿੱਚ ਸਤਿਨਾਮ ਵਾਹਿਗੁਰੂ ਦਾ ਉਪਦੇਸ਼ ਸਾਰੀ ਸੰਗਤ ਨੂੰ, ਮਾਈ ਭਾਈ ਨੂੰ ਬਖਸ਼ਿਸ਼ ਕੀਤਾ ਹੈ। ਗੁਰੂ ਮਹਾਰਾਜ, ਮੇਰੀ ਇੱਕ ਬੇਨਤੀ ਹੈ ਕਿ ਅਸੀਂ ਤੁਹਾਡੇ ਮੁਖ ਤੋਂ ਵਾਹਿਗੁਰੂ ਦੇ ਅਰਥ ਸੁਣਨਾ ਚਾਹੁੰਦੇ ਵੀ ਇਹਦੇ ਅਰਥ ਕੀ ਹੈ ਸਹੀ ਮਾਇਨੇ ਵਿੱਚ, ਯਥਾਰਥ ਰੂਪ ਵਿੱਚ। ਇਹ ਗੁਰੂ ਮਹਾਰਾਜ ਮੈਂ ਇਕੱਲਾ ਨਹੀਂ ਕਹਿ ਰਿਹਾ, ਇਹ ਸੰਗਤ ਦੀ ਵੀ ਮਰਜ਼ੀ ਹੈ। ਸੰਗਤ ਵੀ ਚਾਹੁੰਦੀ ਹੈ ਆਪ ਜੀ ਦੇ ਮੁਖ ਤੋਂ ਉਪਦੇਸ਼ ਸੁਣਨਾ ਕਿ ਜਿਸ ਵਾਹਿਗੁਰੂ ਦਾ ਉਪਦੇਸ਼ ਤੁਸੀਂ ਦਿੱਤਾ ਹੈ, ਉਸ ਵਾਹਿਗੁਰੂ ਸ਼ਬਦ ਦੇ ਅਰਥ ਕੀ ਹੈ ਸਹੀ ਰੂਪ ਵਿੱਚ। ਤੇ ਇਹ ਫਿਰ ਮਹਾਰਾਜ ਜੀ ਨੇ ਫਿਰ ਵਾਹਿਗੁਰੂ ਸ਼ਬਦ ਦੇ ਜਿਹੜੇ ਅਰਥ ਸੁਣਾਏ, ਜੋ ਕਵੀ ਸਾਹਿਬ ਜੀ ਨੇ ਆਪਣੀ ਬੁੱਧੀ ਅਨੁਸਾਰ ਬੜੀ ਵਿਦਵਤਾ ਨਾਲ 8 ਛੰਦਾਂ ਵਿੱਚ ਕਰਕੇ ਲਿਖੇ, ਜਿਹਨੂੰ ਅਸ਼ਟਕ ਛੰਦ ਕਿਹਾ ਜਾਂਦਾ ਹੈ। ਉਹਦੀ ਅੱਜ ਵਿਚਾਰ ਆ ਰਹੀ ਹੈ। ਭਾਵੇਂ ਕਿ ਵਾਹਿਗੁਰੂ ਸ਼ਬਦ ਦੇ ਅਰਥ ਪਿੱਛੇ ਬੜੇ ਵਿਸਥਾਰ ਨਾਲ ਮੰਗਲਾਂ ਵਿੱਚ ਹੀ ਆ ਗਏ, ਕਿਤੇ ਕਿਤੇ ਪ੍ਰਸੰਗ 'ਚ ਵੀ ਥੋੜ੍ਹਾ ਥੋੜ੍ਹਾ ਵਾਹਿਗੁਰੂ ਸ਼ਬਦ ਦਾ ਅਰਥ ਆਇਆ ਹੈ, ਪਰ ਮੰਗਲਾਂ ਵਿੱਚ ਤਾਂ ਬਹੁਤ ਹੀ ਇਹਦਾ ਖੁਲਾਸਾ ਕੀਤਾ ਕਿ ਮਹਾਰਾਜ ਜੀ ਨੇ ਜਿਹੜਾ ਹੈ 4 ਯੁੱਗਾਂ ਦੀ ਭਗਤੀ ਤੇ 4 ਜਿਹੜੇ ਪਰਮੇਸ਼ਰ ਦੇ ਮੁੱਖ ਰੂਪ ਬਚਨ ਹੈ, ਮੁੱਖ ਨਾਮ ਹੈ, ਉਹਨਾਂ ਵਿੱਚੋਂ ਬੀਜ ਰੂਪ ਕਰਕੇ ਲਿਆ ਹੈ ਨਾਮ। ਜਿਵੇਂ ਅਸੀਂ ਆ ਬੀਜ ਵਿੱਚੋਂ ਚੰਗਾ ਬੀਜ ਕੱਢ ਕੇ ਬੀਜਦੇ ਹਾਂ ਨਾ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਜਿਹੜੇ ਵਾਹਿਗੁਰੂ ਦੇ ਬੀਜ ਰੂਪ ਨਾਮ ਹੈ, ਉਹਨਾਂ ਵਿੱਚੋਂ ਮੁੱਖ ਨਾਮ ਦੇ ਵਿੱਚੋਂ ਮੁੱਖ ਹੀ 4 ਅਰਥ ਕੱਢ ਕੇ ਬੀਜ ਰੂਪ ਵਿੱਚ ਤੇ ਵਾਹਿਗੁਰੂ ਨਾਮ ਬਣਾਇਆ ਹੈ ਕਿ ਪਰਮੇਸ਼ਰ ਦੇ ਵਾਸਦੇਵ ਨਾਮ ਤੋਂ ਵਾਵਾ ਅੱਖਰ ਲਿਆ, ਹਰੀ ਨਾਮ ਤੋਂ ਹਾਹਾ ਲਿਆ, ਗੋਬਿੰਦ ਨਾਮ ਤੋਂ ਗੱਗਾ ਅੱਖਰ, ਤੇ ਜੋ ਰਮੰਤੀ ਰਾਮਾ ਹੈ ਪਰਮੇਸ਼ਰ, ਜੋ ਰਮਿਆ ਹੋਇਆ ਰਮਤ ਰਾਮ ਸਭ ਰਹਿਓ ਸਮਾਏ,
ਜੋ ਹਰ ਥਾਂ ਰਮਿਆ ਹੋਇਆ ਕਰਕੇ ਉਹਦਾ ਨਾਮ ਇੱਕ ਰਾਮ ਹੈ। ਉਸ ਰਾਮ ਅੱਖਰ ਤੋਂ ਜਿਹੜਾ ਹੈ ਰਾਰਾ ਲਿਆ, ਜਿਸ ਕਰਕੇ ਬਣ ਗਿਆ ਵਾਹਿਗੁਰੂ। ਇਸ ਵਾਹਿਗੁਰੂ ਜੋ ਬੀਜ ਰੂਪ ਹੈ, ਫਿਰ ਗੁਰੂ ਮਹਾਰਾਜ ਨੇ 36 ਯੁੱਗ ਜਦੋਂ ਅਰਬਦ ਨਰਬਦ ਧੁੰਦੂ ਘਾਰਾ ਸੁੰਨ ਸਮਾਧੀ ਵਿੱਚ ਇਹਦਾ ਜਾਪ ਕੀਤਾ, ਇੱਕ ਇੱਕ ਅੱਖਰ ਦਾ 9 ਯੁੱਗ, 9 ਯੁੱਗ ਵਾਹ 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 ਵਾਹ, ਹਾ 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 ਹਾ, ਇਹਦਾ ਹੀ ਗੁਰੂ ਸਾਹਿਬ ਜੀ ਨੇ ਅਭਿਆਸ ਕੀਤਾ ਸੁੰਨ ਸਮਾਧੀ ਵਿੱਚ। 9 ਯੁੱਗ ਵਾਹਿਗੁਰੂ ਅੱਖਰ ਦੇ ਇੱਕ ਇੱਕ ਅੱਖਰ ਨੂੰ 9 ਯੁੱਗ ਸਾਧ ਕੇ 36 ਯੁੱਗ ਤਾੜੀ ਲਾਈ ਸੱਚੇ ਪਾਤਸ਼ਾਹ ਜੀ ਨੇ। ਫਿਰ ਉਹ ਵਾਹਿਗੁਰੂ ਮੰਤਰ ਬਖਸ਼ਿਸ਼ ਕੀਤਾ। ਇਹ ਸਿੱਧ ਕੀਤਾ ਹੋਇਆ ਮੰਤਰ ਹੈ, ਜਿਹੜਾ ਕੋਈ ਇਹਨੂੰ ਜਪੇਗਾ ਬੜੀ ਛੇਤੀ ਮੁਕਤ ਹੋ ਜਾਏਗਾ। ਫਿਰ ਇਸ ਵਾਹਿਗੁਰੂ ਅਰਥ ਵਾਹਿਗੁਰੂ ਸ਼ਬਦ ਨੂੰ ਜਪਣ ਦੀ ਸਭ ਨੂੰ ਹੀ ਆਗਿਆ ਹੈ। ਜਿਹੜੇ ਕੋਈ ਹੋਰ ਨਾਮ ਉਹਨਾਂ ਵਿੱਚ ਮਤ ਭੇਦ ਹੈ। ਹੁਣ ਜੇ ਤੁਸੀਂ ਕਿਸੇ ਮੁਸਲਮਾਨ ਨੂੰ ਕਹੋ ਵੀ ਤੂੰ ਰਾਮ ਰਾਮ ਕਹੇ, ਤੇ ਉਹ ਕਹੂਗਾ ਵੀ ਹਿੰਦੂ ਕਾਫਰ ਹੈ, ਇਹ ਤੇ ਰਾਮ ਰਾਮ ਹਿੰਦੂਆਂ ਦਾ ਨਾਮ, ਅਸੀਂ ਕੋ ਭਲਾ ਜਪੀਏ, ਅਸੀਂ ਨਹੀਂ ਜਪਦੇ ਨਾਮ, ਤੇ ਅਸੀਂ ਤੇ ਜਪਾਂਗੇ ਅੱਲਾ ਅੱਲਾ, ਖੁਦਾ ਖੁਦਾ, ਰਹੀਮ ਕਰੀਮ ਕਹਿ ਲਾਂਗੇ, ਪਰ ਰਾਮ ਨਹੀਂ ਕਹਿ ਸਕਦੇ। ਇਸੇ ਤਰ੍ਹਾਂ ਜੇ ਮੁਸਲਮਾਨ ਨੂੰ ਇਹ ਗੱਲ ਕਹੀ ਵੀ ਜੇ ਹਿੰਦੂ ਨੂੰ ਇਹ ਗੱਲ ਕਹੀ ਵੀ ਤੂੰ ਅੱਲਾ ਅੱਲਾ, ਖੁਦਾ ਖੁਦਾ ਕਹਿ, ਤੇ ਉਹ ਕਹੋ ਇਹ ਮੁਸਲਮਾਨ ਮਲੇਸ਼ਾਂ ਦਾ ਨਾਮ, ਉਹ ਮੈਂ ਕਿਵੇਂ ਜਪਾਂ, ਇਹ ਮੁਸਲਮਾਨ ਤੇ ਬੜੇ ਨਿਰਦਈ, ਮੈਂ ਨਹੀਂ ਜਪਾਂਗਾ ਨਾਮ। ਪਰ ਜੋ ਵਾਹਿਗੁਰੂ ਹੈ ਤੇ ਖੱਤਰੀ ਬ੍ਰਾਹਮਣ ਸੂਦ ਵੈਸ ਵਿਦੇਸ਼ 4 ਵਰਨਾ ਕੋ ਸਾਂਝਾ, ਸਭ ਇੱਕ ਹੈ ਨਾਮ ਧਰਾਨੰ, ਇੱਕ ਨਾਮ ਵਾਹਿਗੁਰੂ ਜਪ ਸਕਦੇ। ਫਿਰ ਇਹ ਵਾਹਿਗੁਰੂ ਦੀ ਇਹ ਵੀ ਵਿਸ਼ੇਸ਼ਤਾ ਵੀ 4 ਯੁੱਗਾਂ ਦੀ ਇਹ ਭਗਤੀ ਹੈ। ਤੇ ਜਿਵੇਂ ਕੋਈ ਹੁਣ ਵਾਸਦੇਵ 4 ਵਾਰੀ ਆਖੇ ਵਾਸਦੇਵ 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 ਵਾਸਦੇਵ, ਜਾਂ ਰਾਮ 4 ਵਾਰੀ ਆਖੇ, ਗੋਬਿੰਦ 4 ਵਾਰੀ ਆਖੇ, ਹਰੀ 4 ਵਾਰੀ ਆਖੇ, ਤੇ ਇੱਕ ਵਾਰ ਵਾਹਿਗੁਰੂ ਬਣਨਾ ਹੈ। ਉੱਧਰ 4 ਵਾਰੀ ਆਖਣਾ, ਇੱਧਰ ਇੱਕ ਵਾਰ ਵਾਹਿਗੁਰੂ ਕਹਿਣਾ, ਤੇ 4 ਯੁੱਗਾਂ ਦੀ ਭਗਤੀ, 4 ਯੁੱਗਾਂ ਦੀ ਭਗਤੀ ਹੋ ਗਈ ਨਾਲੇ, ਤੇ ਨਾਲੇ 4 ਨਾਮ ਜਪੇ ਜਾਂਦੇ ਆ ਇੱਕੇ ਵਾਹਿਗੁਰੂ ਕਹਿਣ ਦੇ ਵਿੱਚ। ਇੰਨਾ ਮਹਾਨ ਹੈ ਨਾਮ ਵਾਹਿਗੁਰੂ। ਫਿਰ ਵਾਹਿਗੁਰੂ ਨਾਮ ਇਹ ਹੈ ਮੁਕਤੀ ਦੇ 4 ਦਰਵਾਜ਼ੇ। ਜਿਵੇਂ ਦਰਬਾਰ ਦੇ 4 ਦਰਵਾਜ਼ੇ ਨੇ, ਜਿੱਦਣ ਮਰਜ਼ੀ ਤੁਸੀਂ ਪ੍ਰਵੇਸ਼ ਕਰ ਜਾਓ ਦਰਬਾਰ 'ਚ ਹੀ ਆ ਜਾਣਾ। ਇਸੇ ਤਰ੍ਹਾਂ ਵਾਹਿਗੁਰੂ ਦੇ 4 ਅੱਖਰ ਹੀ ਮੁਕਤੀ ਦੇ 4 ਦਰਵਾਜ਼ੇ। ਫਿਰ ਵਾਹਿਗੁਰੂ ਅੱਖਰ ਜਿਹੜਾ ਹੈ ਇਹ ਮਾਨੋ ਕਿ ਜਿਹੜੀ 4 ਮੁਕਤੀਆਂ ਸਲੋਕ ਸਮੀਪ ਸਾਜੁਜ, ਇਹ 4 ਮੁਕਤੀਆਂ ਬਖਸ਼ਣ ਵਾਲੇ 4 ਵਾਹਿਗੁਰੂ ਦੇ ਅੱਖਰ। 4 ਅੱਖਰ ਹੀ ਇਹ 4 ਧਰਮਾਂ ਨੂੰ ਜਪਣ ਯੋਗ 4 ਧਰਮ ਹੀ ਜਪ ਸਕਦੇ ਹੈ, ਹਿੰਦੂ ਮੁਸਲਮਾਨ ਈਸਾਈ ਸਿੱਖ। ਇਹਦੀ ਇਹ ਮਹਾਨਤਾ, ਕਿਸੇ ਨੂੰ ਮਨਾਹੀ ਨਹੀਂ ਵਾਹਿਗੁਰੂ ਨਾ ਜਪੇ ਕੋਈ, ਸਭ ਜਪ ਸਕਦੇ। ਫਿਰ 4 ਵਰਨਾਂ ਨੂੰ ਹੀ ਆਗਿਆ ਹੈ, ਖੱਤਰੀ ਬ੍ਰਾਹਮਣ ਸੂਦ ਵੈਸ, ਉਹ 4ਵੇਂ ਜਪ ਸਕਦੇ ਵਾਹਿਗੁਰੂ ਨਾਮ ਨੂੰ। ਇਹ ਨਾਮ ਵਾਹਿਗੁਰੂ ਦੀ ਇੰਨੀ ਵਿਸ਼ੇਸ਼ਤਾ, ਇੰਨਾ ਮਹਾਨ ਹੈ। ਤੇ ਗੁਰੂ ਸਾਹਿਬ ਜੀ ਨੇ ਉਹ ਵਾਹਿਗੁਰੂ ਨਾਮ ਬਖਸ਼ਿਆ, ਉਹਦੇ ਅਰਥ ਹੀ ਇੱਥੇ ਅੱਜ ਆ ਰਹੇ ਹੈ। ਫਿਰ ਕਿਸੇ ਨੇ ਸ਼ੰਕਾ ਕੀਤੀ ਸੀ ਕਈਆਂ ਨੇ ਵੀ ਆਹ ਜਿਹੜੇ ਹੋਰ ਨਾਮ ਹੈ ਪਰਮੇਸ਼ਰ ਦੇ, ਉਹਦੇ ਤੇ ਅਰਥ ਹੈਗੇ, ਮਾਇਨੇ ਹੈਗੇ, ਵਾਹਿਗੁਰੂ ਦਾ ਤੇ ਕੋਈ ਅਰਥ ਹੀ ਨਹੀਂ ਬਣਦਾ। ਇਹ ਗੁਰੂ ਸਾਹਿਬ ਜੀ ਨੇ ਕੈਸਾ ਮੰਤਰ ਦਿੱਤਾ ਹੈ। ਕਹਿੰਦੇ ਵੇਖੋ ਵਾਸਦੇਵ ਸਰਬੱਤਰ ਮੈਂ ਉਹਨਾਂ ਕਤਹੂ ਠਾਏ, ਵੀ ਜਿਹਦਾ ਸਾਰਿਆਂ ਵਿੱਚ ਹੀ ਵਾਸਾ ਉਹਨੂੰ ਕਹੀਦਾ ਵਾਸਦੇਵ। ਜੋ ਰਮਤ ਰਾਮ ਸਭ ਰਹੋ ਸਮਾਏ, ਜੋ ਸਾਰੇ 'ਚ ਰਮਿਆ ਨੂੰ ਰਾਮ ਕਿਹਾ ਜਾਂਦਾ ਹੈ। ਜਿਹੜਾ ਗੋਬਿੰਦ, ਜਿਹੜਾ ਧਰਤੀ ਦਾ ਰੱਖਿਆ ਕੋ ਗੋਬਿੰਦ ਹੈ, ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਆਂਦੇ ਵਾਹਿਗੁਰੂ ਦਾ ਤੇ ਕੋਈ ਅਰਥ ਹੀ ਨਹੀਂ ਬਣਦਾ। ਹੋਰ ਗੁਰੂ ਘਰ ਦੇ ਇੱਕ ਵਿਦਵਾਨ ਨੇ,
ਉਸ ਆੜ ਨੂੰ ਭੰਨਣ ਵਾਸਤੇ ਵੀ ਵਾਹਿਗੁਰੂ ਦੇ ਕਿੰਨੇ ਅਰਥ ਹੈ, ਐਸੀ ਸੂਖਮ ਬੁੱਧੀ ਨਾਲ 500 ਅਰਥ ਵਾਹਿਗੁਰੂ ਦਾ ਲਿਖਿਆ। ਉਹ 500 ਅਰਥ ਦੇ ਕੁਝ ਤਾਂ ਸੌਖੇ ਸਮਝ ਆ ਜਾਂਦੇ ਅਤੇ ਕੁਝ ਐਸਾ ਪੁਸਤਕ ਵਿੱਚ ਲਿਖਿਆ ਜਿਹੜੇ ਬੜੇ ਡੂੰਘਾਈ ਨਾਲ ਲਿਖੇ ਆ, ਮੈਨੇ ਸਮਝ ਹੀ ਨਹੀਂ ਆਉਂਦੇ। ਇੱਥੇ ਹੁਣ ਆ ਹੀ ਜਾਣੇ, ਉਹ ਕਈਆਂ ਨੂੰ ਸਮਝ ਨਹੀਂ ਪੈਂਦੇ। ਫਿਰ ਵਾਹਿਗੁਰੂ ਇਸੇ ਸ਼ਬਦ ਦੇ ਜਿਹੜੇ ਅਰਥ ਹੈ, ਕਵੀ ਸਾਹਿਬ ਜੀ ਨੇ ਇੱਕ ਗਰਭ ਗੰਜਨੀ ਸਟੀਕ ਲਿਖਿਆ ਜਪਜੀ ਸਾਹਿਬ ਦਾ ਬੜਾ ਵਿਸਥਾਰ ਨਾਲ। ਅਤੇ ਲੋਕ ਬੜਾ ਕਿ ਉਹ ਕਹਿੰਦੇ ਸਨ ਵਿਦਵਾਨ ਕਵੀ ਸਾਹਿਬ ਜੀ ਨੂੰ ਤਾਨਾ ਜਿਹਾ ਮਾਰ ਕੇ, ਗੁਰੂ ਸਾਹਿਬ ਜੀ ਨੇ ਜਿਹੜੀ ਜਪਜੀ ਸਾਹਿਬ ਬਾਣੀ ਲਿਖੀ ਹੈ ਉਹਦੇ ਵਿੱਚ ਕੋਈ ਅਲੰਕਾਰ ਨਹੀਂ ਹੈਗਾ। ਫਿਰ ਭਾਈ ਸੰਤੋਖ ਸਿੰਘ ਜੀ ਨੇ ਜਪਜੀ ਸਾਹਿਬ ਬਾਣੀ ਦਾ ਟੀਕਾ ਕੀਤਾ ਗਰਭ ਗੰਜਨੀ ਸਟੀਕ, ਜਿਹਦੇ ਵਿੱਚ ਫਿਰ ਐਸੇ ਉਹਨਾਂ ਨੇ ਅਲੰਕਾਰ ਦਿਖਾਏ, ਇੱਕ ਇੱਕ ਤੁਕ ਨਾਲ ਅਲੰਕਾਰ ਹੀ ਅਲੰਕਾਰ, ਅਤੇ ਉਹਦਾ ਨਾਮ ਰੱਖਿਆ ਸਟੀਕ ਦਾ ਗਰਭ ਗੰਜਣੀ, ਵੀ ਜੋ ਹੰਕਾਰ ਨੂੰ ਗੰਜ ਦੇਣ ਵਾਲੀ, ਨਾਸ ਕਰ ਦੇਣ ਵਾਲੀ ਵਿਦਵਾਨਾਂ ਦੀ। ਉਹ ਜਦੋਂ ਫਿਰ ਵਿਦਵਾਨਾਂ ਨੇ ਉਹ ਸਟੀਕ ਪੜ੍ਹੀ ਜਪਜੀ ਸਾਹਿਬ ਦੀ ਕਥਾ ਦੀ, ਵੱਡੇ ਵੱਡੇ ਵਿਦਵਾਨਾਂ ਦਾ ਹੰਕਾਰ ਟੁੱਟ ਗਿਆ ਵੀ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਬੜੀ ਸੂਖਮ ਲਿਖੀ ਹੈ ਜਪਜੀ ਸਾਹਿਬ। ਉਸ ਜਪਜੀ ਸਾਹਿਬ ਵਿੱਚ ਵੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਕੁਝ ਵਾਹਿਗੁਰੂ ਦੇ ਅਰਥ ਸੂਖਮ ਕਰਕੇ ਲਿਖੇ ਆ। ਇੱਥੇ ਵੀ ਜਿਵੇਂ ਗੁਰੂ ਮਹਾਰਾਜ ਨੇ ਉਚਾਰਨ ਕੀਤੇ ਅਰਥ, ਭਾਈ ਸੰਤੋਖ ਸਿੰਘ ਜੀ ਨੇ ਆਪਣੀ ਬੁੱਧੀ ਨਾਲ ਬੜੇ ਸੂਖਮ ਜਿਹੜੇ ਅਰਥ ਕੁਝ ਲਿਖੇ ਹੈ, ਉਹਨਾਂ ਦੀ ਵਿਚਾਰ ਅੱਜ ਆ ਰਹੀ ਹੈ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਸਾਰੀ ਸਿੱਖ ਸੰਗਤ ਨੂੰ ਵਾਹਿਗੁਰੂ ਸ਼ਬਦ ਦੇ ਅਰਥ ਸੁਣਾਏ, ਆਓ ਆਪਾਂ ਵੀ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ। ਇਹ ਮਾਨੋ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਹੈ, ਸੰਗਤ ਨੇ ਪੁੱਛਿਆ ਹੈ, ਗੁਰੂ ਕੇ ਸਪੁੱਤਰਾਂ ਨੇ ਮਹਾਰਾਜ ਜੀ ਕੋ 2 ਘੜੀਆਂ ਦਰਸ਼ਨ ਮੰਗਿਆ ਹੈ, ਮਾਨੋ ਆਪਾਂ 2 ਘੜੀਆਂ ਗੁਰੂ ਕਾ ਦਰਸ਼ਨ ਹੀ ਕਰ ਰਹੇ ਹਾਂ। ਜਿਵੇਂ ਗੁਰੂ ਨੇ ਮਹਾਰਾਜ ਸਾਨੂੰ ਉਪਦੇਸ਼ ਬਖਸ਼ਿਆ, ਆਓ ਆਪਾਂ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਨਾਮ ਸ੍ਰੀ ਵਾਹਿਗੁਰੂ। ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਕਹਿਣੇ ਕਰਕੇ, ਸੰਗਤ ਦੀ ਇੱਛਾ ਜਾਣ ਕਰਕੇ ਮਹਾਰਾਜ ਜੀ ਨੇ ਫਿਰ ਬਚਨ ਕਿਹਾ ਸੋਹਣੇ ਮੁਖ ਤੋਂ, ਕਿਆ ਬਾਬਾ ਬੁੱਢਾ ਸਾਹਿਬ ਜੀ, ਸੰਗਤ ਜੀ, ਜੋ ਸੱਚਾ ਨਾਮ ਹੈ ਸੋਭਾ ਵਾਲਾ ਵਾਹਿਗੁਰੂ, ਸੁਨਹਾ ਅਰਥ ਇਸ ਕੇਰਾ। ਇਸ ਦੇ ਜਿਹੜੇ ਅਰਥ ਹੈ ਉਹ ਵੀ ਆਪ ਬਾਬਾ ਬੁੱਢਾ ਸਾਹਿਬ ਜੀ, ਸਾਰੀ ਸੰਗਤ ਜੀ ਧਿਆਨ ਦੇ ਨਾਲ ਸੁਣੋ। ਇਸ ਵਾਹਿਗੁਰੂ ਸ਼ਬਦ ਦੇ ਅਰਥ ਬੜੇ ਡੂੰਘੇ। ਜਿਸ ਕੇ ਸਿਮਰਨ ਅਧਿਕ ਫਲ, ਜਿਸ ਵਾਹਿਗੁਰੂ ਸਿਮਰਨ ਦੇ ਨਾਲ ਬਹੁਤਾ ਫਲ ਹੈ। ਜੇ ਆਪ ਜੀ ਨੂੰ ਹੁਣੇ ਵੀ ਦੱਸਿਆ ਵੀ 4 ਯੁੱਗਾਂ ਦੀ ਇਹ ਭਗਤੀ ਹੈ। ਗੁਰੂ ਮਹਾਰਾਜ ਨੇ 36 ਯੁੱਗ ਇਸ ਵਾਹਿਗੁਰੂ ਸ਼ਬਦ ਨੂੰ ਅਰਾਧਿਆ ਹੈ। ਇੱਕ ਅੱਖਰ ਨੂੰ 9 ਯੁੱਗ ਸਤਿਗੁਰੂ ਜੀ ਨੇ ਸਿਮਰਨ ਕਰਕੇ, ਅਭਿਆਸ ਕਰਕੇ, ਇਹਦਾ ਸਿੱਧ ਕਰਕੇ ਅੱਖਰ ਸਾਨੂੰ ਬਖਸ਼ੇ ਹੈ। ਅੱਜ ਸਾਨੂੰ ਕੋਈ ਸਿੱਧ ਕਰਨ ਦੀ ਜ਼ਰੂਰਤ ਨਹੀਂ ਹੈ। ਜਿਵੇਂ ਕੋਈ ਮੰਤਰ ਸਿੱਧ ਕਰੀਦਾ 40 ਦਿਨ ਭੁੱਖੇ ਮਰ ਕੇ, ਜਾਂ 40 ਦਿਨ ਸੂਰਜ ਵੱਲ ਵੇਖ ਕੇ ਐਵੇਂ ਛਿਲੇ ਕੱਢੀ ਦੇ। ਛਿਲਾ ਕੱਢਣ ਦੀ ਜ਼ਰੂਰਤ ਨਹੀਂ ਹੈ। ਸਿੱਧਾ ਬੈਠੇ ਬਿਠਾਏ ਤੁਰਦਿਆਂ ਫਿਰਦਿਆਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਬਹੁਤਾ ਫਲ ਹੈ। ਸੁੱਤੇ ਸਿੱਧੀ ਮੁਕਤੀ ਹੈ। ਕੋਈ ਇੱਥੇ ਹੇਕਾ ਲਾਉਣ ਦੀ ਜ਼ਰੂਰਤ ਨਹੀਂ ਵੀ ਵਾਹਿਗੁਰੂ ਵਾਹਿਗੁਰੂ, ਇਹੋ ਜਿਹੀ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ। ਬਸ ਸਿੱਧਾ ਵਾਹਿਗੁਰੂ ਵਾਹਿਗੁਰੂ ਜਪੀ ਜਾਣਾ, ਅਤੇ ਵਾਹਿਗੁਰੂ ਨਹੀਂ ਕਹਿਣਾ। ਜਿਵੇਂ ਵਾਹਿਗੁਰੂ ਕਹਾਂਗੇ ਤਾਂ ਈੜੀ ਸਿਹਾਰੀ ਹੋ ਜਾਊਗਾ। ਵਾਹਿਗੁਰੂ ਕਹਿਣਾ ਹਾਹਾ ਲਾ ਕੇ।
ਤੇ ਇਹ ਜਿਸ ਵਾਹਿਗੁਰੂ ਜਪੇ ਦਾ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਬਹੁਤਾ ਬਹੁਤਾ ਫਲ ਹੈ। ਮਿਟ ਹੈ 84 ਫੇਰਾ, ਜਿਸ ਨੂੰ ਜਪਿਆਂ ਵੱਡਾ ਫਲ ਕੀ ਹੈ? ਜਿਹੜਾ 84 ਦਾ ਫੇਰ ਕਹੀਏ ਗੇੜਾ ਹੈ, ਇਹ ਮਿਟ ਜਾਂਦਾ ਹੈ, ਇਹ ਖਤਮ ਹੋ ਜਾਂਦਾ ਹੈ। ਹੋਰ ਕੋਈ ਤਰੀਕਾ ਨਹੀਂ ਹੈ 84 ਦਾ ਗੇੜਾ ਖਤਮ ਕਰਨ ਲਈ, ਨਹੀਂ ਤੇ ਭੌਂਦਾ ਹੀ ਫਿਰੇਗਾ ਮਨੁੱਖ। ਜਿਹੜਾ ਗੁਰੂ ਕੋਲੋਂ ਇਹ ਵਾਹਿਗੁਰੂ ਨਾਮ ਲੈ ਕੇ ਜਪੇਗਾ ਉਹਦਾ 84 ਦਾ ਗੇੜ ਖਤਮ ਹੋ ਜਾਏਗਾ, ਕਿਉਂਕਿ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਵਾਹਿਗੁਰੂ ਗੁਰੂ ਦਾ ਮੰਤਰ ਹੈ, ਜਪਿਆ ਹਉਮੈ ਹੰਕਾਰ ਨਾਸ ਹੋ ਜਾਂਦਾ ਹੈ। ਤੇ ਜਿੱਥੇ ਹਉਮੈ ਕਰਕੇ ਜਨਮ ਹੈ ਕਿ ਹਉਮੈ ਇਹ ਬੰਧਨਾ ਫਿਰ ਜੋਨੀ ਪਾਹੇ। ਹਉਮੈ ਹੀ ਬੰਧਨ ਹੈ ਜੂਨਾਂ ਦੇ ਵਿੱਚ ਪਾਉਣ ਵਾਲਾ। ਜਦੋਂ ਹਉਮੈ ਨਾਸ ਹੋ ਗਈ ਜੂਨਾਂ 'ਚ ਪੈਣਾ ਕੋਈ ਨਹੀਂ। ਤੇ ਉਹ ਹਉਮੈ ਨਾਸ ਕਿਵੇਂ ਹੋਣੀ ਹੈ? ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। 84 ਦਾ ਗੇੜ ਉੱਥੇ ਮਿਟ ਜਾਂਦਾ ਹੈ, ਨਾਸ ਹੋ ਜਾਂਦਾ ਜਿਸ ਵਾਹਿਗੁਰੂ ਨੂੰ ਜਪਿਆ। ਸਵਈਆ ਗੋਤਮ ਨਾਮ ਅਗਿਆਨ ਮਹਾਨ ਕੋ, ਜੋ ਵਾਹੇ ਸ਼ਬਦ ਅੱਗੇ ਆਉਂਦਾ ਹੈ, ਗੁਰੂ ਪਿੱਛੇ ਆਉਂਦਾ ਸ਼ਬਦ। ਹੁਣ ਜੋ ਇੱਥੇ ਅਰਥ ਹੋ ਰਿਹਾ ਗੁਰੂ ਸ਼ਬਦ ਅਰਥ ਹੋਣ ਲੱਗਾ ਹੈ ਕਿ ਜੋ ਗੋ ਹੈ, ਤੇ ਅਰਥ ਵਾਸਤੇ ਗੋ ਨਾਮ ਤਮ ਅਗਿਆਨ। ਗੋ ਨਾਮ ਹੈ ਤਮ ਦਾ, ਤਮ ਕਹੀਦਾ ਹਨੇਰੇ ਨੂੰ। ਉਹ ਹਨੇਰਾ ਕਿਹੜਾ? ਇੱਕ ਤਾਂ ਜਿਹੜਾ ਰਾਤ ਪਿਆ ਹੋਇਆ ਹੈ, ਇਹ ਵੀ ਅਗਿਆਨ ਹੀ ਹੈ ਕਿ ਕੋਈ ਚੀਜ਼ ਹਨੇਰੇ 'ਚ ਪਈ ਹੈ ਉਹ ਦਿਸਦੀ ਨਹੀਂ ਹੈ, ਇਹ ਵੀ ਅਗਿਆਨ ਕਰਕੇ ਹੀ। ਇਸੇ ਤਰ੍ਹਾਂ ਜਿਹੜਾ ਅਸਲ ਜਿਹਦੇ ਕਰਕੇ ਸਾਨੂੰ ਜਨਮ ਮਿਲ ਰਹੇ ਹੈ ਉਹ ਕਿਹੜਾ ਹੈ? ਹਨੇਰਾ ਅਗਿਆਨ ਦਾ। ਕਾਰਨ ਸਰੀਰ ਕਰਕੇ ਸਥੂਲ ਸਰੀਰ ਹੈ, ਸੂਖਮ ਸਰੀਰ ਹੈ, ਸੂਖਮ ਕਰਕੇ ਸਥੂਲ ਹੈ। ਸਾਰੇ ਪਵਾੜੇ ਦੀ ਜੜੀ ਅਗਿਆਨ ਹੈ। ਅਗਿਆਨ ਕਰਕੇ ਇਹ ਸੰਸਾਰ ਪ੍ਰਤੀਤ ਹੋ ਰਿਹਾ, ਦਿਸ ਰਿਹਾ ਹੈ। ਤੇ ਜਿਸ ਕਰਕੇ ਜਿਹੜਾ ਅਗਿਆਨ ਹੈ, ਜਿਹਦੇ ਕਰਕੇ ਸਾਰੇ ਬੰਧਨ ਹੈ, ਮਹਾਰਾਜ ਕਹਿ ਰਹੇ ਹੈ ਕਿ ਗੋ ਨਾਮ ਤਮ ਅਗਿਆਨ। ਗੋ ਨਾਮ ਹੈ ਹਨੇਰੇ ਦਾ। ਹਨੇਰਾ ਕਿਹੜਾ? ਜੋ ਅਗਿਆਨ ਦਾ ਬਹੁਤ ਵੱਡਾ ਹੀ। ਪਾਏ ਬੰਧਾਨ ਸਦੀਵ ਝੁਰੂ, ਤੇ ਇਹ ਜਿਹੜਾ ਅਗਿਆਨ ਹੈ, ਇਹ ਅਗਿਆਨ ਆਪਣਾ ਬੰਧਨ ਪਾ ਕੇ, ਅਗਿਆਨ ਕਰਕੇ ਕੀ ਹੈ? ਮੋਹ ਹੈ। ਮੋਹ ਕਰਕੇ ਕੀ ਹੈ? ਮੋਹ ਮਮਤਾ ਕਰਕੇ ਹੈ ਬੰਧਨ। ਹਉਮੈ ਇਹ ਬੰਧਨਾ, ਮੈਂ ਮੇਰੀ ਕਰਕੇ, ਮੈਂ ਕਰਕੇ ਤੇ ਮੇਰੀ ਕਰਕੇ। ਜਦੋਂ ਕਹਿ ਦਿੰਦੇ ਆ ਕਿ ਆ ਮੇਰਾ ਪਿਆਰਾ ਸੀ, ਇਹਨੂੰ ਕਿਉਂ ਦੁੱਖ ਹੋਇਆ ਹੈ, ਤੇ ਉਦੋਂ ਹੀ ਉਹ ਜਦੋਂ ਆਪਣਾ ਪਿਆਰਾ ਦੁਖੀ ਹੋ ਗਿਆ ਵਿਚਾਰਾ, ਤੇ ਉਹ ਪਿਆਰੇ ਦੇ ਦੁਖੀ ਕਰਕੇ ਅਸੀਂ ਵੀ ਦੁਖੀ। ਤੇ ਉਹ ਜਿਹੜਾ ਮੋਹ ਕੀ ਹੈ? ਬੰਧਨ। ਤੇ ਮੋਹ ਕਿੱਥੋਂ ਪੈਦਾ ਹੋਇਆ? ਗਿਆਨ ਕਰਕੇ। ਅਗਿਆਨ ਕਰਕੇ ਆਪਣਾ ਸਮਝ ਲਿਆ। ਇਸ ਕਰਕੇ ਜੋ ਅਗਿਆਨ ਹੈ, ਅਗਿਆਨ ਆਪਣਾ ਬੰਧਨ ਪਾ ਕੇ ਮੋਹ ਰੂਪੀ, ਤੇ ਇਹ ਜੀਵ ਜਿਹੜਾ ਹੈ ਉਸ ਅਗਿਆਨ ਦੇ ਬੰਧਨ ਨੂੰ ਪਾ ਕੇ ਸਦੀਵ ਝੁਰੂ, ਸਦਾ ਹੀ ਝੁਰਦਾ ਰਹਿੰਦਾ, ਮਰਦਾ ਖਪਦਾ ਰਹਿੰਦਾ ਹੈ। ਦੇਹ ਅਨੇਕ ਧਰੇ ਜਨਮੇ, ਜਿਸ ਕਰਕੇ ਜੀਵ ਅਗਿਆਨ ਦੇ ਬੰਧਨ ਨੂੰ ਪਾ ਕੇ ਝੁਰਦਾ ਹੈ, ਤੇ ਇਸ ਅਗਿਆਨ ਨਾਲ ਹੀ ਅਨੇਕਾਂ ਦੇਹਾਂ ਪਾਉਂਦਾ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੁਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ। ਇਹਦੀ ਹਾਲਤ ਹੁੰਦੀ ਹੈ ਵੀ ਅਗਿਆਨ ਕਰਕੇ ਅਨੇਕਾਂ ਹੀ ਜਿਹੜੀਆਂ ਦੇਹਾਂ ਇਹ ਧਾਰਦਾ ਹੈ, ਅਨੇਕਾਂ ਦੇਹਾਂ ਧਾਰ ਕੇ ਜਨਮੈ ਜਨਮਦਾ ਹੈ। ਮ੍ਰਿਤ ਸੰਕਟ ਹੋਤ ਵਿਸ਼ਾਲ ਸ਼ੁਰੂ, ਜੰਮਦਾ ਹੈ, ਮਰਦਾ ਹੈ। ਜਿਸ ਕਰਕੇ ਜਦੋਂ ਜੰਮਦਾ ਉਦੋਂ ਵੀ ਬਹੁਤ ਸੰਕਟ ਹੁੰਦਾ ਇਹਨੂੰ, ਤੇ ਮ੍ਰਿਤ ਕਹੀਏ ਜਿਹੜੀ ਮੌਤ, ਜਦੋਂ ਮਰਦਾ ਹੈ ਉਦੋਂ ਵੀ ਇਹਨੂੰ ਬਹੁਤ ਸੰਕਟ ਹੁੰਦਾ, ਦੁੱਖ ਕਲੇਸ਼ ਹੁੰਦਾ ਹੈ। ਸੋ ਤਤਕਾਲ ਵਿਲੀਨ ਕਰੈ, ਇਹਨੂੰ ਕਹੀਦਾ ਹੈ ਗੋ, ਇਹਨੂੰ ਕਹੀਦਾ ਹੈ ਹਨੇਰਾ ਅਗਿਆਨ ਦਾ।
ਜੋ ਜਨਮ ਦਿਵਾਉਂਦਾ ਹੈ, ਜੰਮਦਾ ਮਰਦਾ ਹੈ ਜੋ ਜੀਵ, ਇਸ ਅਗਿਆਨ ਦੇ ਹਨੇਰਨ ਜੋ ਬੜੀ ਛੇਤੀ, ਤਤਕਾਲ ਕਹੀਏ ਬੜੀ ਛੇਤੀ ਨਾਲ ਬਲੀਨ ਨਾਸ ਕਰੇ। ਹੋਏ ਜਾਤ ਪ੍ਰਕਾਸ਼ ਕਹੈ ਇਸ ਰੂ। ਤੇ ਇਸ ਨੂੰ ਜੋ ਅਗਿਆਨ ਦੇ ਹਨੇਰੇ ਨੂੰ ਨਾਸ ਕਰਕੇ ਤੇ ਪ੍ਰਕਾਸ਼ ਜਦੋਂ ਹੋ ਜਾਂਦਾ ਹੈ, ਇਸ ਨੂੰ ਕਹੀਦਾ ਹੈ ਰੂਹ। ਜੋ ਅਗਿਆਨ ਨੂੰ ਨਾਸ ਕਰੇ ਤੇ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਪ੍ਰਕਾਸ਼ ਕਹਿ ਲਓ, ਗਿਆਨ ਕਹਿ ਲਓ, ਜਿਹੜਾ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਸ ਨੂੰ ਕਹੀਦਾ ਹੈ ਰੂਹ। ਤੇ ਇਸ ਤਰ੍ਹਾਂ ਬਣ ਗਿਆ ਗੁਰੂ। ਜੋ ਅਸਚਰਜ ਮਹਾ ਬਿਸਮਾਵਤ। ਸੌਖਾ ਸਮਝਣ ਲਈ ਵੀ ਜੋ ਅਗਿਆਨ ਦੇ ਹਨੇਰੇ ਨੂੰ ਨਾਸ ਕਰਕੇ ਗਿਆਨ ਦਾ ਪ੍ਰਕਾਸ਼ ਕਰੇ ਉਸ ਨੂੰ ਕਹੀਦਾ ਹੈ ਗੁਰੂ। ਤੇ ਜੋ ਅਸਚਰਜ ਮਹਾ ਬਿਸਮਾਦ, ਜੋ ਵਿਸਮਾਵਤ, ਜੋ ਅਸਚਰਜ ਤੇ ਮਹਾ ਬਿਸਮਾਵਤ, ਅਰਥ ਵਾਸਤੇ ਵੀ ਜੋ ਅਸਚਰਜ ਤੋਂ ਵੀ ਮਹਾ ਅਸਚਰਜ ਹੈ। ਤੇ ਇਸੇ ਤਰ੍ਹਾਂ ਵਾਹੇ ਦਾ ਅਰਥ ਕੀ ਹੈ? ਅਸਚਰਜ, ਜੋ ਅਸਚਰਜ ਰੂਪ ਹੈ, ਤੇ ਮਹਾ ਬਿਸਮਾਦ, ਜੋ ਮਹਾ ਬਿਸਮਾਦ ਰੂਪ ਹੈ, ਉਸ ਨੂੰ ਤਾਹੇ ਕਹੋ ਮੁਖ ਵਾਹਿਗੁਰੂ। ਜੋ ਅਸਚਰਜ ਰੂਪ ਹੈ, ਜੋ ਮਹਾ ਬਿਸਮਾਦ ਰੂਪ ਹੈ। ਤੇ ਇਹ ਜਿਹੜੇ ਸ਼ਬਦ ਹੈ ਨਾ, ਵਾਹੇ, ਅਸਚਰਜ, ਵਿਸਮਾਦ, ਇਹ ਤੋਂ ਅੱਗੇ ਕੋਈ ਸ਼ਬਦ ਨਹੀਂ। ਜਿੱਥੇ ਕਹਿ ਆਪਾਂ ਸਾਰੀਆਂ ਗੱਲਾਂ ਕਹਿੰਦੇ ਕਹਿੰਦੇ ਜਦੋਂ ਆਪਾਂ ਕਹਿ ਦੇਣਾ ਵਾਹ ਵਾਹ ਤੇਰੇ, ਵਾਹ ਬਈ ਵਾਹ, ਉਹ ਤੋਂ ਅੱਗੇ ਕੋਈ ਗੱਲ ਨਹੀਂ ਹੁੰਦੀ। ਇਸੇ ਤਰ੍ਹਾਂ ਅਸਚਰਜ ਅੱਗੇ ਕੋਈ ਲਫ਼ਜ਼ ਨਹੀਂ ਹੈ। ਬਿਸਮਾਦ, ਵਾਹੇ, ਇਹ ਤਿੰਨੇ ਸ਼ਬਦ ਪਰਾਇਆਵਾਚੀ ਹੈ, ਜਿਹਦਾ ਅੱਗੇ ਕੋਈ ਅਰਥ ਗੱਲ ਬਣਦੀ ਨਹੀਂ। ਇਹਨਾਂ ਦੇ ਮਹਾਂਪੁਰਸ਼ ਦੱਸਦੇ ਆ ਕਮਾਈ ਵਾਲੇ ਵੀ ਵਿਸਮਾਦ, ਅਸਚਰਜ, ਵਾਹੇ ਦੀ ਕੋਈ ਕਥਾ ਹੀ ਨਹੀਂ ਹੈਗੀ। ਜਿਵੇਂ ਬੇਅੰਤ ਤੋਂ ਅੱਗੇ ਕੋਈ ਕਥਾ ਨਹੀਂ ਹੈਗੀ। ਅਸੰਖ, ਉਹਦੀ ਕੋਈ ਕਥਾ ਨਹੀਂ ਹੈਗੀ। ਇਹਨਾਂ ਸ਼ਬਦਾਂ ਦੀ ਕੋਈ ਕਥਾ ਨਹੀਂ ਹੁੰਦੀ। ਅਸੰਖ ਦੀ ਤੁਸੀਂ ਕੀ ਕਥਾ ਕਰੋਗੇ ਵੀ ਜਿੱਥੇ ਗਿਣਤੀ ਮਿਣਤੀ ਨਹੀਂ ਹੈਗੀ। ਜਿੱਥੇ ਬੇਅੰਤ ਕਹਿ ਦਿੱਤਾ ਉੱਥੇ ਉਹ ਤੋਂ ਅੱਗੇ ਤੁਸੀਂ ਕਿਹੜਾ ਲਫ਼ਜ਼ ਕਹੋਗੇ? ਬੇਅੰਤੀ ਤੋਂ ਅੱਗੇ ਕੋਈ ਲਫ਼ਜ਼ ਹੀ ਨਹੀਂ ਹੈਗਾ। ਇਹ ਪਰਾਇਆਵਾਚੀ ਸ਼ਬਦ ਹੁੰਦੇ ਆਪੋ ਵਿੱਚ ਹੀ। ਜੋ ਅਸਚਰਜ, ਜੋ ਅਸਚਰਜ ਰੂਪ ਹੈ ਤੇ ਮਹਾ ਬਿਸਮਾਦ ਰੂਪ ਹੈ, ਤਾਹੇ ਕਹੋ, ਉਸ ਨੂੰ ਕਹੀਦਾ ਹੈ ਵਾਹੇ। ਉਹ ਹੈ ਵਾਹੇ ਤੇ ਉਸ ਬਣ ਗਿਆ ਵਾਹਿਗੁਰੂ। ਬਾਬਾ ਬੁੱਢਾ ਸਾਹਿਬ ਜੀ, ਸਾਰੀ ਸੰਗਤ ਜੀ, ਉਸ ਵਾਹਿ ਕਹੋ ਉਸ ਨੂੰ ਮੁਖੋਂ ਵਾਹਿਗੁਰੂ ਵਾਹਿਗੁਰੂ। ਜੋ ਜੜ ਜਾਤ ਬਿਥਾਰ ਮਹਾ। ਇਸ ਤਰ੍ਹਾਂ ਥੋੜਾ ਸੂਖਮ ਰੂਪ ਵਿੱਚ ਹੋਰ ਮਹਾਰਾਜ ਦੱਸ ਰਹੇ ਹਨ। ਜੋ ਜੜ ਹੈ, ਕੋ ਨਾਮ ਹੈ ਜੜ ਦਾ। ਜੜ ਕੀ ਹੈ? ਅਗਿਆਨ ਵੀ ਜੜ ਹੈ, ਸੰਸਾਰ ਵੀ, ਜਗਤ ਵੀ ਜੜ ਹੈ, ਜੀਵ ਵੀ ਜੜ ਹੈ। ਇਹ ਕੁਝ ਸਭ ਕੁਝ ਜੜ, ਇੱਕੋ ਹੀ ਹੈ ਚੇਤਨ ਪਰਮੇਸ਼ਰ, ਬਾਕੀ ਦੇ ਸਭ ਕੁਝ ਜੜ ਹੀ ਹੈ। ਜੋ ਜੜ, ਇੱਥੋਂ ਜੜ ਤੋਂ ਅਰਥ ਅਗਿਆਨ ਵੀ ਲਿਆ ਜਾ ਸਕਦਾ ਹੈ ਤੇ ਸਹੀ ਰੂਪ ਵਿੱਚ ਵੀ ਅਗਿਆਨ ਤੋਂ ਕੀ ਹੈ? ਜਗਤ, ਜਗਤ ਦਾ ਲੈ ਲੈਣਾ ਕਿ ਜੋ ਜੜ, ਜੋ ਜੜ ਕਹੀਏ ਜਗਤ ਹੈ, ਉਹ ਜਾਤ ਜੰਮਦਾ ਹੈ। ਵਿਥਾਰ ਮਹਾ, ਜਿਸ ਦਾ ਵਿਸਥਾਰ ਬਹੁਤ ਹੈ ਫਿਰ ਜਗਤ ਦਾ। ਦ੍ਰਿਸ਼ਟਮਾਨ ਬਚਿੱਤਰ ਅਨੇਕ ਫੁਰੂ। ਇਹ ਦਿਸਣ ਵਾਲਾ ਹੈ ਸੰਸਾਰ, ਦਿਸ ਰਿਹਾ ਨਾ ਸਭ ਨੂੰ। ਨਾਨਾ ਤਰ੍ਹਾਂ ਦਾ, ਨਾਨਾ ਅਨੇਕਾਂ ਤਰ੍ਹਾਂ ਦੇ ਜੀਵ ਹੈ ਵਿੱਚ ਸੰਸਾਰ ਦੇ ਵਿੱਚ, ਅਨੇਕਾਂ ਤਰ੍ਹਾਂ ਦੀ ਰਚਨਾ ਹੈ। ਫੁਰੂ, ਫਿਰ ਜੋ ਜਿਸ ਇਸ ਸੰਸਾਰ ਰੂਪੀ ਜੋ ਜੜ ਹੈ ਤੇ ਇਹਦੀਆਂ ਅਨੇਕਾਂ ਹੀ ਸ਼ਾਖਾ ਹੈ, ਅਨੇਕਾਂ ਤਰ੍ਹਾਂ ਨਾਲ ਇਹ ਸਫੁਰਤਾ ਇਹਦੇ ਵਿੱਚ ਇਹਦੀ ਚੇਸ਼ਟਾ ਹੈ। ਤਾਰ ਤਮੈ ਜਨਮੈ ਬਿਨਸ। ਇਹ ਜੋ ਅਗਿਆਨ ਕਰਕੇ ਸੰਸਾਰ, ਜੋ ਅਗਿਆਨ ਵੀ ਜੜ ਹੈ, ਸੰਸਾਰ ਵੀ ਜੜ ਹੈ, ਜੋ ਇਹ ਜਗਤ ਜਾਂ ਜੀਵ ਅਗਿਆਨ ਜਾਤ ਕਹੀਏ ਜੰਮਦਾ ਹੈ, ਜਿਹਦਾ ਮਹਾ ਵਿਸਥਾਰ ਹੈ, ਮਹਾ ਫੈਲਾਓ ਹੈ ਤੇ ਦਿਸਣ ਵਾਲਾ ਹੈ, ਨਾਨਾ ਤਰ੍ਹਾਂ ਦਾ ਹੈ, ਅਨੇਕਾਂ ਤਰ੍ਹਾਂ ਦੀਆਂ ਇਹਦੀਆਂ ਸਾਖਾਂ ਜਾਂ ਸਫੁਰਨਤਾ ਵਿੱਚ, ਚੇਸ਼ਟਾ ਵਿੱਚ ਹੋ ਰਿਹਾ ਹੈ। ਤਾਰਤਮ ਹੈ,
ਤਾਰ ਕਹੀਦਾ ਹੈ ਅਧਿਕਤਾ ਨੂੰ। ਜੋ ਤਾਰ ਕਹੀਏ ਅਧਿਕਤਾ ਹੈ, ਜਿਹਦੇ ਵਿੱਚ ਅਧਿਕਤਾ ਆਪਣਾ ਵਾਧਾ ਵੀ ਹੈ, ਤਾਂ ਮੈਂ ਕਹੀਏ ਨਿਊਨਤਾ ਵੀ ਹੈ। ਵਾਧਾ ਘਟਦਾ ਹੈ ਜੋ, ਫਿਰ ਜਨਮ ਹੈ। ਜੋ ਸੰਸਾਰ ਜਨਮਦਾ ਹੈ, ਜੋ ਬਿਨਸਦਾ ਹੈ, ਜੋ ਜਗਤ ਜਨਮਦਾ ਹੈ ਬਿਨਸਦਾ ਨਾਸ ਹੁੰਦਾ ਹੈ, ਜੋ ਜੀਵ ਜੰਮਦਾ ਹੈ, ਜੋ ਜੀਵ ਮਰਦਾ ਹੈ। ਜਿਸ ਆਸ਼ਰਤ ਭਾ ਸਤ ਬੀਚ ਪੁਰੂ। ਤੇ ਜਿਸ ਇਹ ਜਿਹੜਾ ਜੜ ਹੈ, ਜੰਮਦਾ ਹੈ, ਜਿਹਦਾ ਫੈਲਾਓ ਬੜਾ ਹੈ, ਦਿਸਣ ਵਾਲਾ ਅਨੇਕਾਂ ਤਰ੍ਹਾਂ ਨਾਲ ਸਫੁਰਤਾ ਹੋ ਰਹੀ ਹੈ, ਜਿਹਦੀ ਜੋ ਵੱਧਦਾ ਘਟਦਾ ਹੈ, ਜਨਮਦਾ ਮਰਦਾ ਹੈ, ਤੇ ਜਿਸ ਦੇ ਇਹ ਆਸਰੇ ਹੋ ਰਿਹਾ ਹੈ, ਉਹ ਕੌਣ ਹੈ? ਇਹ ਜਿਹਦਾ ਆਸਰੇ ਹੋ ਰਿਹਾ ਹੈ, ਜਿਹਦੇ ਕਰਕੇ ਹੁਣ ਜੜ ਹੈ। ਜੜ ਹੁਣ ਆਪਣੇ ਆਪ ਕੀ ਵਧੇਗੀ? ਜੇ ਉਹਦੇ ਵਿੱਚ ਚੇਤਨ ਹੋਊਗਾ ਤੇ ਤਾਂ ਹੀ ਜੜ ਰੁੱਖ ਦੀ ਵਧੂਗੀ ਨਾ, ਤਾਂ ਹੀ ਉਹ ਦਿਸਣ ਵਾਲਾ ਹੋਊਗਾ ਨਾ। ਜੇ ਚੇਤਨ ਵਿੱਚ ਹੋਊਗਾ, ਆਪਣੇ ਆਪ ਕੀ ਦਿਸੂਗਾ? ਆਪਣੇ ਆਪ ਕੋਈ ਕੀ ਵਧੂਗਾ? ਆਪਣੇ ਆਪ ਕੋਈ ਕੀ ਜਨਮੇਗਾ? ਆਪਣੇ ਆਪ ਕੋਈ ਕੀ ਮਰੇਗਾ ਚੇਤਨ ਤੋਂ ਬਿਨਾਂ? ਇਸ ਕਰਕੇ ਜੋ ਜਿਸ ਆਸਰਤ ਪਾ, ਇਹ ਜੋ ਸਾਰਾ ਇਹ ਜੜ ਹੈ, ਜੜ ਰੂਪ ਜਗਤ ਜਿਸ ਆਸਰੇ ਹੋ ਰਿਹਾ ਹੈ, ਉਹ ਕਿਹਦੇ ਆਸਰੇ ਹੋ ਰਿਹਾ? ਸਤ ਬੀਚ ਪੁਰੂ। ਜੋ ਸਤ ਹੈ ਨਾ, ਚੇਤਨ ਪਰਮੇਸ਼ਰ, ਜਿਹਦੇ ਵਿੱਚ ਪੂਰੂ ਕਹੀਏ ਪਰਿਪੂਰਨ ਹੋ ਰਿਹਾ ਹੈ। ਜੋ ਪੂਰਨ ਹੈ ਪਰਮਾਤਮਾ, ਉਹਦੇ ਕਰਕੇ ਇਹ ਸਾਰਾ ਕੁਝ ਦਿਸਣ ਵਾਲਾ ਹੋ ਰਿਹਾ, ਜਿਸ 'ਤੇ ਆਸਰੇ ਹੋ ਰਿਹਾ ਹੈ। ਉਹ ਕਿਉਂ ਹੋ ਰਿਹਾ? ਕਿਉਂਕਿ ਸਤ ਚੇਤਨ ਪਰਮੇਸ਼ਰ ਵਿੱਚ ਪੂਰਨ ਹੋ ਰਿਹਾ ਹੈ। ਜੋ ਤਿਨ ਕੇ ਵਿਵਹਾਰ ਕਰਾਵਤ। ਤੇ ਜੋ ਇਸ ਸੰਸਾਰ ਦੇ ਵਿਹਾਰ ਕਰਾਉਂਦਾ ਹੈ, ਚੇਸ਼ਟਾ ਕਰਾਉਂਦਾ, ਜਾਂ ਜੋ ਤਿਨ ਕੇ, ਜੋ ਇਸ ਜਗਤ ਵਿੱਚ ਜੀਵਾਂ ਦੇ ਵਿਹਾਰ ਕਰਾਉਂਦਾ ਹੈ, ਹਿਲ ਜੁਲ ਕਰਾਉਂਦਾ, ਚੇਸ਼ਟਾ ਕਰਾਉਂਦਾ, ਕ੍ਰੀੜਾ ਕਰਾਉਂਦਾ ਹੈ। ਨਾਮ ਕਹੈ ਇਸ ਚੇਤਨ ਰੂਪ। ਜੋ ਇਹਨਾਂ ਜੀਵਾਂ ਵਿੱਚ, ਜੜ ਜੀਵਨ ਵਿੱਚ, ਜਿਹੜੇ ਜੜ ਸੰਸਾਰ ਜਗਤ ਜੀਵਾਂ ਵਿੱਚ ਕਰਾਉਂਦਾ ਹੈ ਨਾ ਚੇਸ਼ਟਾ, ਉਸ ਦਾ ਨਾਮ ਹੈ ਚੇਤਨ। ਚੇਤਨ ਕਹਿ ਲਓ, ਰੂਹ ਕਹਿ ਲਓ, ਤੇ ਉਹਨੂੰ ਕਹੀਦਾ ਹੈ ਗੁਰੂ। ਜੜ ਨਾਮ ਹੈ ਗੋ ਦਾ, ਤੇ ਜੋ ਉਸ ਜੜ ਨੂੰ ਚੇਤਨ ਕਰ ਦੇਣ ਵਾਲਾ ਹੈ, ਕਿਰਿਆ ਵਿੱਚ ਲਿਆ ਦੇਣ ਵਾਲਾ, ਉਸ ਨੂੰ ਕਹੀਦਾ ਹੈ ਰੂਹ। ਰੂਹ ਕਹਿ ਲਓ, ਚੇਤਨ ਕਹਿ ਲਓ, ਪ੍ਰਕਾਸ਼ ਕਹਿ ਲਓ। ਜੋ ਅਸਚਰਜ ਮਹਾ ਬਿਸਮਾਵਤ। ਉਹ ਤੇ ਗੁਰੂ ਦੇ ਅਰਥ ਹੋ ਗਏ। ਇਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ, ਜੋ ਅਸਚਰਜ ਰੂਪ ਹੈ, ਮਹਾ ਬਿਸਮਾਦ ਰੂਪ ਹੈ। ਤਾਹੇ ਕਹੋ ਮੁਖ ਵਾਹਿਗੁਰੂ। ਉਹ ਹੈ ਵਾਹੇ, ਤੇ ਸਾਰੀ ਸੰਗਤ ਤੇ ਬਾਬਾ ਬੁੱਢਾ ਸਾਹਿਬ ਜੀ ਸਾਰੇ ਮੁਖੋਂ ਕਹੋ ਵਾਹਿਗੁਰੂ ਵਾਹਿਗੁਰੂ। ਜੋ ਸਭ ਦੇਹਨ ਅੰਨ ਪਚਾਵਤ। ਇਸ ਤਰ੍ਹਾਂ ਪਰਮੇਸ਼ਰ ਦੀ ਵਿਆਪਕਤਾ ਦਾ ਅਰਥ ਨਾਲ ਵਾਹਿਗੁਰੂ ਦੀ ਮਾਰੇ ਮਹਾਨਤਾ ਦੱਸ ਰਹੇ ਅਰਥ, ਕਿ ਜੋ ਦੇਹਨ ਅੰਨ ਪਚਾਵਤ, ਜੋ ਚੇਤਨ ਪਰਮੇਸ਼ਰ ਦੀ ਸੱਤਾ ਸਾਰਿਆਂ ਦੇਹਾਂ ਵਿੱਚ ਹੀ ਬੈਠਾ ਹੋਇਆ ਹੈ, ਤੇ ਸਭ ਦਾ ਹੀ ਅੰਨ ਪਹੁੰਚਾ ਰਿਹਾ ਹੈ, ਜਿਹੜਾ ਖਾਧਾ ਹੋਇਆ। ਪਾਵਤ ਪ੍ਰਾਨ ਆਧਾਰਤ ਰੂਹ। ਪਾਵਕ ਪਾਠ ਤੇ ਪਾਵਕ ਪ੍ਰਾਨ ਆਧਾਰਤ ਰੂਹ। ਤੇ ਜਿਸ ਦੇ ਆਸਰੇ ਨੂੰ ਜੋ ਚੇਤਨ ਸਾਰੀਆਂ ਦੇਹਾਂ ਦੇ ਅੰਦਰ ਬੈਠਾ ਅੰਨ ਪਹੁੰਚਾਉਂਦਾ ਹੈ, ਤੇ ਜੋ ਪਾਵਕ ਦੀ ਥਾਂ ਪਾਠ ਪਾਵਕ ਹੈ, ਜੋ ਅਗਨੀ ਦਾ ਵੀ ਆਸਰਾ ਹੈ, ਜੋ ਪੰਜਾਂ ਪ੍ਰਾਣਾਂ ਦਾ ਵੀ ਆਸਰਾ ਹੈ। ਪ੍ਰਾਣ ਵੀ ਜੜ ਹੈ। ਅੱਗ ਵਿੱਚ ਜਿਹੜਾ ਤੇਜ ਹੈ ਨਾ, ਸੇਕ ਤੇ ਪ੍ਰਕਾਸ਼, ਉਹ ਕਿਹਦਾ ਹੈ? ਚੇਤਨ ਪਰਮੇਸ਼ਰ ਦਾ। ਉਹਦੇ ਕਰਕੇ ਪ੍ਰਕਾਸ਼ ਹੈ। ਜਦੋਂ ਮਹਾਂਪਰਲੇ ਕਰਦਾ, ਉਦੋਂ ਅੱਗ ਵੀ ਨਹੀਂ ਰਹਿ ਜਾਂਦੀ, ਨਾ ਪ੍ਰਕਾਸ਼ ਰਹਿ ਜਾਂਦਾ, ਨਾ ਅੱਗ ਵੀ ਰਹਿ ਜਾਂਦੀ, ਤੇਜ ਤੂਜ ਕੋਈ ਨਹੀਂ ਦਾ ਰਹਿ ਜਾਂਦਾ, ਸਭ ਨਸ਼ਟ ਹੋ ਜਾਂਦੇ। ਪੰਜ ਤੱਤ ਵੀ, ਪੰਜ ਤੱਤਾਂ ਦਾ ਆਸਰਾ। ਪੰਜ ਤੱਤ ਕੀ ਹੈ? ਜੜ। ਤੇ ਹੁਣ ਜੜ ਤੇ ਆਪਣੇ ਆਪ ਕੋਈ ਨਹੀਂ ਨਾ ਕਰ ਸਕਦਾ। ਇਹਦੇ ਵਾਹਿਗੁਰੂ ਦੀ ਚੇਤਨ ਹੈ, ਜਿਹੜਾ ਚੇਤਨ ਕਰਕੇ ਜਿਹੜੀ ਪੇਟ ਅਗਨੀ ਹੈ, ਜਠਰਾ ਅਗਨੀ ਹੈ, ਉਹੋ ਹੀ ਸਾਧ ਸੰਗਤ ਜੀ ਸਾਡਾ ਖਾਧਾ ਪੀਤਾ ਹੋਇਆ ਅੰਨ ਪਚਾਉਂਦੀ ਹੈ, ਚੇਤਨ ਹੀ। ਉਹ ਚੇਤਨ ਕਰਕੇ ਅੰਨ ਪਚਦਾ ਹੈ, ਸਾਡੀ ਰੋਟੀ।
ਜਿਸ ਤੋਂ ਫਿਰ 8 ਧਾਤਾਂ ਬਣਦੀਆਂ, ਮਿੱਝ ਬਣਦੀ, ਹੱਡ ਬਣਦੇ, ਖੂਨ ਬਣਦਾ, ਬੀਰਜ ਬਣਦਾ, ਹੋਰ ਇਹਦੇ ਵਿੱਚ ਮਾਸਪੇਸ਼ੀਆਂ ਦੇ ਵਿੱਚ ਜਿਹੜਾ ਹੈ ਚਰਬੀ ਬਣਦੀ ਹੈ। ਇਹ ਸਾਰੇ ਜਿਹੜੇ ਅੰਨ ਨੂੰ ਪਚਾਉਂਦਾ ਹੈ ਉਹ ਹੈ ਚੇਤਨ। ਅਤੇ ਜੋ ਅਗਨੀ ਦਾ ਵੀ ਆਸਰਾ ਹੈ, ਜੋ ਪ੍ਰਾਣਾਂ ਦਾ ਵੀ ਆਸਰਾ ਹੈ। ਇਹ ਪ੍ਰਾਣ ਵੀ ਵਿਚਾਰੇ ਜੜ ਹੈ। ਜਿੰਨੇ ਸਾਨੂੰ ਆ ਛਿੱਕਾਂ ਆਉਂਦੀਆਂ, ਸਾਡੇ ਜੋੜ ਹਿਲਦੇ ਜੁਲਦੇ ਹੈ, ਇਹ ਚੇਤਨ ਕਰਕੇ, ਸਾਰਿਆਂ ਦਾ ਚੇਤਨ ਹੀ ਆਸਰਾ ਹੈ। ਬ੍ਰਿੰਦ ਰਖੀਕ ਅਚੇਤਨ ਜੇ। ਤੇ ਜਿਹੜੀਆਂ ਸਮੂਹ ਰਖੀਕ ਇੰਦਰੀਆਂ, ਕਰਮ ਇੰਦਰੀਆਂ, ਗਿਆਨ ਇੰਦਰੀਆਂ, ਇਹ ਸਾਰੀਆਂ ਅਚੇਤਨ ਕੀ ਇਹ ਜੜ ਹਨ। ਤਿਨ ਕੇ ਵਿਵਹਾਰ ਕਰੇ ਜੇ ਸ਼ੁਰੂ। ਜਿਹੜਾ ਬਾਬਾ ਬੁੱਢਾ ਸਾਹਿਬ ਜੀ ਇਹਨਾਂ ਇੰਦਰੀਆਂ ਦਾ ਵੀ ਵਿਹਾਰ ਕਰਦਾ ਸ਼ੁਰੂ, ਜੋ ਇਹਨਾਂ ਇੰਦਰੀਆਂ ਦਾ ਪ੍ਰਾਰੰਭ ਕਰਦਾ ਹੈ, ਜੋ ਇਹਨਾਂ ਵਿੱਚ ਵਿਹਾਰ ਚੇਸ਼ਟਾ ਲਿਆਉਂਦਾ ਹੈ। ਅੱਖਾਂ ਕਾਹਦੇ ਲਈ ਖੋਲ੍ਹਦੀਆਂ? ਚੇਤਨ ਕਰਕੇ। ਜਿਹੜੀਆਂ ਅੱਖਾਂ ਖੁੱਲ੍ਹ ਰਹੀਆਂ, ਜ਼ੁਬਾਨ ਤੜਕ ਤੜਕ ਬੋਲ ਰਹੀ ਹੈ, ਹੱਥ ਤਾਂ ਹੇਠਾਂ ਉੱਪਰ ਕੰਮ ਕਰ ਰਹੇ ਹੈ, ਲੱਤਾਂ ਇੱਧਰ ਉੱਧਰ ਚੱਲ ਰਹੀਆਂ, ਇਹ ਕਾਹਦੇ ਕਰਕੇ? ਚੇਤਨ ਕਰਕੇ। ਜੇ ਚੇਤਨ ਪਰਮੇਸ਼ਰ ਦੀ ਸੱਤਾ ਨਾ ਹੋਵੇ, ਉਦੋਂ ਇਹ ਅੱਖਾਂ ਉੱਖਾਂ ਸਭ ਪੱਥਰ ਹੋ ਜਾਂਦੀਆਂ, ਕੰਨ ਖੁੱਲ੍ਹੇ ਹੁੰਦੇ ਅਤੇ ਸੁਣਦੇ ਕੱਖ ਨਹੀਂ ਹੈ, ਹੱਥ ਪੱਥਰਾਂ ਦੀ ਨਹੀਂ ਆਕੜ ਜਾਂਦੇ ਹੈ, ਡੰਡਿਆਂ ਵਾਂਗ ਸਿੱਧੀਆਂ ਬਾਹਾਂ ਲੱਤਾਂ ਹੋ ਜਾਂਦੀਆਂ। ਇਹ ਤਿਨਕੇ ਜੋ ਵਿਵਹਾਰ ਕਰੇ ਜੇ ਸ਼ੁਰੂ, ਜਿਹੜਾ ਚੇਤਨ ਇਹਨਾਂ ਇੰਦਰੀਆਂ ਦਾ ਵੀ ਵਿਹਾਰ ਕਰਦਾ, ਆਰੰਭ ਇਹਨਾਂ ਵਿੱਚ ਕਿਰਿਆ ਬਖਸ਼ਿਸ਼ ਕਰਦਾ ਹੈ। ਅੰਤਰ ਜੇ ਮਤ ਆਦਿਕ ਹੈ ਜੜ। ਇਸੇ ਤਰ੍ਹਾਂ ਸੰਗਤ ਜੀ ਜਿਹੜਾ ਸਰੀਰ ਦੇ ਅੰਦਰ ਹੈ ਨਾ, ਅੰਤःਕਰਨ, ਜਿਸ ਚੰਤੁਸ਼ਟੇ ਅੰਤःਕਰਨ ਵਿੱਚ ਮਨ, ਬੁੱਧ, ਚਿੱਤ, ਅਹੰਕਾਰ, ਉਹ ਵੀ ਜੜ ਹਨ। ਇਹ ਸਾਰੇ ਜੜੀ ਹੈ, ਇਹ ਆਪਣੇ ਆਪ ਕੁਝ ਨਹੀਂ ਕਰਦੇ। ਤੇ ਚਿੱਤ ਕਾ ਫੁਰਨਾ ਸੋ ਫੁਰੂ। ਇਹ ਸਾਰੇ ਜੜਾਂ ਵਿੱਚ ਉਹ ਚੇਤਨ ਪ੍ਰਵੇਸ਼ ਕਰਕੇ ਇਹਨਾਂ ਨੂੰ ਸੱਤਾ ਸਫੁਰਤੀ ਦਿੰਦਾ ਹੈ। ਇਹਦੀ ਸੱਤਾ ਸਫੁਰਤੀ ਕਰਕੇ ਮਨ ਸੰਕਲਪ ਵਿਕਲਪ ਕਰਦਾ, ਬੁੱਧੀ ਨਿਰਣੇ ਕਰਦੀ ਹੈ, ਚਿੱਤ ਚਿਤਵਨੀਆਂ ਕਰਦਾ, ਅਹੰ ਬਿਰਤੀ ਅਹੰ ਕਰਦੀ ਹੈ। ਸੋ ਅਸਚਰਜ ਮਹਾ ਬਿਸਮਾਵਤ। ਉਹ ਤੇ ਹੋ ਗਿਆ ਜੋ ਜੜ ਨੂੰ ਚੇਤਨ ਕਰ ਦੇਣ ਵਾਲਾ ਗੁਰੂ, ਤੇ ਜੋ ਅਸਚਰਜ ਰੂਪ ਹੈ ਤੇ ਮਹਾ ਬਿਸਮਾਦ ਰੂਪ ਹੈ। ਤਾਹੇ ਕਹੋ ਮੁਖ ਵਾਹਿਗੁਰੂ। ਉਸ ਨੂੰ ਕਿਹਾ ਉਹ ਹੈ ਵਾਹੇ। ਤੇ ਬਾਬਾ ਬੁੱਢਾ ਸਾਹਿਬ ਜੀ, ਸੰਗਤ ਜੀ, ਸਾਰੇ ਮੁਖੋਂ ਕਹੋ ਵਾਹਿਗੁਰੂ ਵਾਹਿਗੁਰੂ। ਸੀਸ ਸਹੰਸ ਅਸੀਸ ਅਨਾਨਾ। ਪਰਮੇਸ਼ਰ ਦਾ ਨਿਰਗੁਣ ਸਰਗੁਣ ਸਰੂਪ ਦਾ ਗੁਰੂ ਮਹਾਰਾਜ ਕਥਨ ਕਰੇ ਵਾਹਿਗੁਰੂ ਅਰਥ ਦੇ ਦੁਆਰਾ। ਕਹਿਣ ਲੱਗੇ ਸੰਗਤ ਜੀ, ਉਸ ਪਰਮੇਸ਼ਰ ਜੋ ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਉਸ ਵਾਹਿਗੁਰੂ ਜਦੋਂ ਸਰਗੁਣ ਸਰੂਪ ਵਿੱਚ ਹੁੰਦਾ ਹੈ, ਉਹ ਹਜ਼ਾਰਾਂ ਹੀ ਸੀਸਾਂ ਦੇ ਸਿਰਾਂ ਦੇ ਸਹਿਤ ਹੋ ਜਾਂਦਾ ਹੈ। ਅਸੀਸ ਨਿਰਗੁਣ ਸਰੂਪ ਵਿੱਚ ਉਹ ਹਜ਼ਾਰਾਂ ਹੀ ਜਿਹੜਾ ਹੈ ਜੋ ਸੀਸਾਂ ਦੇ ਸਹਿਤ ਸੀਸ ਸਰਗੁਣ ਸਰੂਪ ਵਿੱਚ। ਨਿਰਗੁਣ ਰੂਪ ਵਿੱਚ ਉਹਦਾ ਕੋਈ ਸੀਸ ਨਹੀਂ ਹੈ, ਚੱਕਰ ਚਿਹਨਾ 12 ਹੈ। ਨਿਰਗੁਣ ਸਰੂਪ ਵਿੱਚ ਉਹਦਾ ਕੋਈ ਨੇਤਰ ਨਹੀਂ ਹੈ। ਸਨੈਨ ਸਹੰਸਰਿ ਰੂਪ ਧਰੂ। ਤੇ ਸਰਗੁਣ ਸਰੂਪ ਵਿੱਚ ਹਜ਼ਾਰਾਂ ਹੀ ਸਰੂਪ ਧਾਰ ਕੇ ਤੇ ਸਨੈਣ ਨੇਤਰਾਂ ਦੀ ਸਹਿਤ ਹੋ ਜਾਂਦਾ ਹੈ। ਉਹਦੇ ਜਦੋਂ ਸਰਗੁਣ ਸਰੂਪ ਹੁੰਦਾ, ਹਜ਼ਾਰਾਂ ਹੀ ਨੇਤਰ ਹੋ ਜਾਂਦੇ ਹੈ। ਨਿਰਗੁਣ ਸਰੂਪ ਵਿੱਚ ਉਹਦਾ ਕੋਈ ਨੇਤਰ ਨਹੀਂ। ਜਿਸ ਵਾਹਿਗੁਰੂ ਦਾ ਸਹੰਸਰ ਹੀ ਰੂਪ ਧਰੂ, ਜੋ ਹਜ਼ਾਰਾਂ ਹੀ ਸਰੂਪ ਧਾਰ ਲੈਂਦਾ, ਅਨਕ ਰੂਪ ਖਿਨਮਾ ਕੁਦਰਤ ਧਾਰਦਾ। ਘਰਾਨ ਸਹੰਸਰ ਅਘਰਾਨ ਅਸ਼ਰਾਣ। ਜਿਹਦੇ ਸਰਗੁਣ ਸਰੂਪ ਵਿੱਚ ਹਜ਼ਾਰਾਂ ਹੀ ਨਾਸਾਂ ਹੈ, ਨੱਕ ਹੈ। ਤੇ ਆਕਰਾਨ ਨਿਰਗੁਣ ਸਰੂਪ ਵਿੱਚ ਉਹਦਾ ਕੋਈ ਨੱਕ ਨਹੀਂ ਹੈ। ਨਿਰਗੁਣ
ਸਰੂਪ ਦੇ ਵਿੱਚ ਉਹਦਾ ਕੋਈ ਸਰੋਣ ਕੰਨ ਨਹੀਂ ਹੈ। ਸਸਰੋਣ ਸਹੰਸਰ ਤੇ ਸ਼੍ਰਵਣ ਕਰੂ। ਸਰਗੁਣ ਸਰੂਪ ਵਿੱਚ ਹਜ਼ਾਰਾਂ ਹੀ ਸਰੋਣ ਕਹੀਏ, ਉਹ ਸਰਵਣਾ ਕੰਨਾਂ ਦੇ ਸਹਿਤ ਹੋ ਜਾਂਦਾ ਹੈ ਤੇ ਸਰੋਣ ਕਰੂ। ਸਰਗੁਣ ਸਰੂਪ ਵਿੱਚ ਹਜ਼ਾਰਾਂ ਕੰਨਾਂ ਦੀ ਸਹਿਤ ਹੋ ਕੇ ਸੁਣਨਾ ਕਰਦਾ, ਸਰਵਣ ਕਰਦਾ ਹੈ ਜੋ। ਪਾਣ ਸਹੰਸਰ ਅਪਾਨ ਅਪਾਦ। ਸਰਗੁਣ ਸਰੂਪ ਵਿੱਚ ਜਿਹਦੇ ਹਜ਼ਾਰਾਂ ਹੀ ਹੱਥ ਹੈ ਤੇ ਨਿਰਗੁਣ ਸਰੂਪ ਵਿੱਚ ਜਿਹਦਾ ਕੋਈ ਹੱਥ ਨਹੀਂ ਹੈ। ਨਿਰਗੁਣ ਸਰੂਪ ਵਿੱਚ ਜਿਹਦਾ ਕੋਈ ਚਰਨ ਨਹੀਂ ਹੈ। ਸਪਾਦ ਸਹੰਸਰ ਅਨੂਰੂ ਉਰੂ ਤੇ ਸਰਗੁਣ ਸਰੂਪ ਵਿੱਚ ਉਹਦੇ ਹਜ਼ਾਰਾਂ ਹੀ ਚਰਨ ਹੈ ਅਨੂਰੂ। ਜਿਹਦਾ ਨਿਰਗੁਣ ਸਰੂਪ ਵਿੱਚ ਕੋਈ ਜੰਗ ਨਹੀਂ ਹੈ, ਜਿਹਦੀਆਂ ਕੋਈ ਲੱਤਾਂ ਨਹੀਂ ਹੈ ਨਿਰਗੁਣ ਸਰੂਪ ਵਿੱਚ। ਸਰਗੁਣ ਸਰੂਪ ਵਿੱਚ ਉਹਦੇ ਹਜ਼ਾਰਾਂ ਹੀ ਲੱਤਾਂ ਹਨ, ਜੰਗਾਂ ਹਨ। ਤੇ ਐਵੇਂ ਜੋ ਪਰਮੇਸ਼ਰ ਹੈ ਨਿਰਗੁਣ ਆਪ ਸਰਗੁਣ ਵੀ ਉਹੀ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਰ ਜਿਹ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹ। ਅਚਲ ਮੂਰਤਨ ਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ। ਜੋ ਨਿਰਗੁਣ ਸਰੂਪ ਪਰਮੇਸ਼ਰ ਤੇ ਸਰਗੁਣ ਸਰੀਰ ਦੇ ਸਹਿਤ ਹੈ। ਜੋ ਅਸਚਰਜ ਮਹਾ ਬਿਸਮਾਵਤ। ਉਹ ਹੈ ਗੁਰੂ ਤੇ ਜੋ ਅਸਚਰਜ ਰੂਪ ਤੇ ਮਹਾ ਬਿਸਮਾਦ ਰੂਪ ਹੈ। ਵਾਹੇ ਕਹੋ ਮੁਖ ਵਾਹਿਗੁਰੂ। ਉਹ ਹੈ ਵਾਹੇ ਤੇ ਉਸ ਨੂੰ ਸਾਰੀ ਸੰਗਤ ਬਾਬਾ ਬੁੱਢਾ ਸਾਹਿਬ ਜੀ ਮੁਖੋਂ ਕਹੋ ਵਾਹਿਗੁਰੂ ਵਾਹਿਗੁਰੂ। ਤਰਾਸਤ ਹੈ ਜਿਸ ਤੇ ਮ੍ਰਿਤ ਦੌਰਤ। ਹੋਰ ਮਹਾਰਾਜ ਖੋਲ ਕੇ ਵਾਹਿਗੁਰੂ ਦਾ ਅਰਥ ਕਰਦੇ ਆ ਸੰਗਤ ਦੇ ਵਿੱਚ ਕਿ ਜਿਸ ਤੋਂ ਮੌਤ ਵੀ ਡਰਦੀ ਹੋਈ ਦੌੜਦੀ ਫਿਰਦੀ ਹੈ। ਦੌਰਤ ਜੀਵਨ ਅੰਤ ਕਰੂ। ਤੇ ਸਾਰੇ ਜੀਵਾਂ ਦਾ ਅੰਤ ਕਰਨਾ ਲੋੜਦੀ ਫਿਰਦੀ, ਮਾਰਨਾ ਚਾਹੁੰਦੀ ਹੈ। ਜਿਸ ਵਾਹਿਗੁਰੂ ਤੋਂ ਡਰਦੀ ਹੋਈ ਭੱਜੀ ਫਿਰਦੀ, ਆਪਣੀ ਡਿਊਟੀ ਕਰਦੀ। ਤਰਾਸ ਧਰਾ ਧਰ ਕੋ ਤ੍ਰਿਤ ਧਾਰਤ। ਜਿਸ ਤੇ ਧਰਤੀ ਜੋ ਡਰਦੀ ਹੈ, ਜਿਸ ਤੋਂ ਤ੍ਰਿਤ ਧਾਰਤ ਤੇ ਪਹਾੜ ਵੀ ਜਿਸ ਤੋਂ ਜਿਹਦਾ ਭੈ ਧਰਦੇ ਹੈ। ਜਾਂ ਵੀ ਜੋ ਤਰਾਸ ਧਰਾਤਰ ਜਿਸ ਪਰਮੇਸ਼ਰ ਵਾਹਿਗੁਰੂ ਤੋਂ ਧਰਤੀ ਭੈ ਕਰਕੇ ਤੇ ਪਹਾੜਾਂ ਵੱਡਿਆਂ ਨੂੰ ਧਾਰਦੀ ਹੈ ਕਿ ਵੱਡੇ ਵੱਡੇ ਪਹਾੜ ਉਹਨੇ ਆਪਣੇ ਉੱਪਰ ਟਿਕਾਏ ਹੋਏ ਆ, ਡਰਦੀ ਨੇ। ਤਰਾਸਤ ਪਾਨ ਤਿਰਲੋਕ ਤਰੂ। ਤੇ ਤਿੰਨੇ ਲੋਕਾਂ ਵਿੱਚ ਜੋ ਪੌਣ ਦੇਵਤਾ ਡਰਦਾ ਹੋਇਆ ਬੜੀ ਛੇਤੀ ਨਾਲ ਤੁਰਦਾ, ਤਿੰਨ ਲੋਕਾਂ ਵਿੱਚ ਹੀ ਆਪਣੀ ਹਵਾ ਚਲਾ ਰਿਹਾ, ਦੇ ਰਿਹਾ ਸਭ ਨੂੰ। ਤਰਾਸ ਧਰੇ ਨਭ ਸੂਰਜ ਗੌਨ। ਜਿਸ ਤੋਂ ਸੂਰਜ ਜਿਹੜਾ ਡਰਦਾ ਹੋਇਆ, ਜਿਹਦਾ ਭੈ ਕਰਕੇ ਸਾਰੇ ਆਕਾਸ਼ ਵਿੱਚ ਗਵਨ ਕਰਦਾ ਹੈ, ਤੁਰਿਆ ਫਿਰਦਾ ਹੈ, ਗੇੜੇ ਕੱਢਦਾ ਹੈ। ਪ੍ਰਕਾਸ਼ਤ ਪਾਵਕ ਤਰਾਸ ਪੁਰੂ। ਤੇ ਸਭ ਨੂੰ ਪ੍ਰਕਾਸ਼ ਕਰਦਾ, ਚਾਨਣ ਕਰਦਾ, ਜਿਹਦਾ ਭੈ ਕਰਕੇ ਸੂਰਜ ਵੀ। ਇਸੇ ਤਰ੍ਹਾਂ ਪਾਵਕ ਪ੍ਰਕਾਸ਼ਿਤ, ਜਿਹੜੀ ਪਾਵਕ ਅੱਗ ਹੈ, ਜਿਸ ਦੇ ਭੈ ਨਾਲ ਪੁਰੂ ਕਹੀਏ ਭਰੀ ਹੋਈ ਹੈ ਤੇ ਡਰਦੀ ਹੋਈ ਪ੍ਰਕਾਸ਼ ਕਰਦੀ ਹੈ ਤੇ ਬਲਦੀ ਹੈ। ਸੇਕ ਜਿਹੜਾ ਦਿੰਦੀ ਹੈ ਪਦਾਰਥਾਂ ਨੂੰ, ਜਿਸ ਦਾ ਭੈ ਕਰਕੇ। ਜਿਵੇਂ ਸਤਿਗੁਰੂ ਜੀ ਦਾ ਇਹ ਜੋ ਆਸਾ ਦੀ ਵਾਰ ਸ਼ਬਦ ਆਉਂਦਾ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ। ਇਹ ਸੂਰਜ ਭੈ ਵਿੱਚ ਚੱਲਦਾ, ਸੂਰਜ ਭੈ ਵਿੱਚ ਚੱਲਦਾ ਤੇ ਸੂਰਜ ਸਤਮੁਖੀਏ 100 ਮੂੰਹ ਵਾਲੇ ਉਹਦਾ ਘੋੜਾ ਹੀ ਹੈ, ਜਿਹਦੇ ਰਥ ਦੇ ਚੜ੍ਹ ਕੇ ਸੂਰਜ ਰਾਤ ਦਿਨ ਕਰੋੜਾਂ ਹੀ ਚੱਲੀ ਜਾਂਦਾ ਹੈ, ਕਰੋੜਾਂ ਹੀ ਸਫ਼ਰ, ਥੱਕਦਾ ਨਹੀਂ ਹੈ, ਟਿਕਦਾ ਨਹੀਂ ਹੈ। ਤੇ ਜਿਹਦੇ ਭੈ ਵਿੱਚ ਚੰਦਰਮਾ 15 ਦਿਨ ਹੀ ਘਟਦਾ ਤੇ 15 ਦਿਨ ਹੀ ਵੱਧਦਾ, ਉਹ ਪਰਮੇਸ਼ਰ ਦੇ ਭੈ ਵਿੱਚ ਹੈ। ਨਹੀਂ ਤੇ ਮਰਜ਼ੀ ਦਾ ਮਾਲਕ ਹੋਵੇ ਤੇ 30 ਦਿਨ ਹੀ ਚੜ੍ਹਿਆ ਰਹੇ, ਨਹੀਂ ਤੇ 30 ਦਿਨ ਹੀ ਨਾ ਚੜ੍ਹੇ, ਆਪਣੀ ਮਰਜ਼ੀ ਦਾ ਮਾਲਕ ਹੋਵੇ ਤੇ। ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ। ਭੈ ਵਿੱਚ ਧਰਤੀ ਵੀ ਭੈ ਵਿੱਚ ਹੈ। ਭੈ ਵਿੱਚ ਅਗਨ ਕੱਢੇ ਵੇਗਾਰ, ਅੱਗ ਜਿਹੜੀ ਜੇ ਤੋਂ ਡਰਦੀ ਹੋਈ ਵਗਾਰਾਂ ਆ ਲਾਟਾਂ ਕੱਢਦੀ, ਲੜ ਕਰਕੇ ਬਲਦੀ, ਜਿਹਦਾ ਭੈ ਕਰਕੇ। ਉਹਨੂੰ ਕਹੀਦਾ ਹੈ ਗੁਰੂ।
ਸਾਧ ਸੰਗਤ ਜੀ, ਇਸ ਤਰ੍ਹਾਂ ਐਨੇ ਦੇਵਤੇ ਬਲੀ ਆ ਜਿਹੜੇ ਪਰਮੇਸ਼ਰ ਦੇ ਭੈ ਵਿੱਚ ਹੈ। ਇੱਕ ਬੰਦਾ ਹੀ ਹੈ ਜਿਹੜਾ ਰੱਬ ਦੇ ਭੈ ਵਿੱਚ ਨਹੀਂ ਹੈਗਾ, ਹੈਗਾ ਦੇ ਭੈ ਵਿੱਚ ਹੀ ਹੈ, ਪਰ ਇਹੀ ਹੈ ਜਿਹੜਾ ਸਭ ਤੋਂ ਜ਼ਿਆਦਾ ਵਿਗੜਿਆ ਮਨੁੱਖ। ਸੂਰਜ ਆਪਣਾ ਗੁਰੂ ਦੇ ਭੈ ਵਿੱਚ ਹੈ। ਵੇਖੋ, ਦਿਨ ਚੜ੍ਹੇ 12 ਮਹੀਨੇ ਚੜ੍ਹਦਾ ਹੈ, ਸ਼ਾਮ ਨੂੰ ਡੁੱਬਦਾ ਹੈ। ਇੱਕ ਪਰ ਮਨੁੱਖ ਹੈ ਜਿਹੜਾ ਗੁਰੂ ਦੇ ਭੈ ਵਿੱਚ ਨਹੀਂ ਹੈ, ਗੁਰੂ ਦੀ ਆਗਿਆ ਮੰਨ ਕੇ ਖੁਸ਼ ਨਹੀਂ ਹੈ, ਸਵੇਰੇ ਸ਼ਾਮੀ ਉੱਠਣ ਨੂੰ ਤਿਆਰ ਨਹੀਂ ਹੈ, ਨਾਮ ਜਪਣ ਨੂੰ ਤਿਆਰ ਨਹੀਂ ਹੈ। ਇਹ ਮਨੁੱਖ ਨੇ ਭੈ ਲਾਇਆ ਹੋਇਆ, ਬਾਕੀ ਦੇ ਸਭ ਭੈ ਵਿੱਚ ਹੀ ਹੈ ਉਹਦੇ। ਜੋ ਅਸਚਰਜ ਮਹਾ ਬਿਸਮਾਵਤ। ਅਸਚਰਜ ਦਾ ਅਰਥ ਵੀ ਵਾਹੇ ਹੈ, ਬਿਸਮਾਦ ਦਾ ਅਰਥ ਵੀ ਵਾਹੇ ਹੈ। ਜੋ ਅਸਚਰਜ ਰੂਪ ਹੈ ਤੇ ਜੋ ਮਹਾ ਬਿਸਮਾਦ ਰੂਪ ਹੈ। ਤਾਹੇ ਕਹੋ ਮੁਖ ਵਾਹਿਗੁਰੂ। ਉਹ ਹੈ ਵਾਹੇ ਤੇ ਬਾਬਾ ਬੁੱਢਾ ਸਾਹਿਬ ਜੀ, ਸੰਗਤ ਜੀ ਸਾਰੇ ਮੁਖੋਂ ਕਹੋ ਵਾਹਿਗੁਰੂ ਵਾਹਿਗੁਰੂ। ਜੋ ਸਗਰੇ ਜਗ ਕੋ ਡਰਦਾਇਕ। ਮਹਾਰਾਜ ਹੋਰ ਅਰਥ ਕਰਦੇ ਹੈ ਵਾਹਿਗੁਰੂ ਸ਼ਬਦ ਦਾ ਕਿ ਜੋ ਕਾਲ ਸਾਰੇ ਜਗਤ ਨੂੰ ਭੈ ਦਾਤਾ, ਸਭ ਨੂੰ ਡਰ ਦੇਣ ਵਾਲਾ, ਜਿਹੜੀ ਮੌਤ ਹੈ। ਕਰੂਰ ਮਹਾ ਅਟ ਓਜ ਤਰੂ। ਕਾਲ ਦਾ ਅਰਥ ਮੌਤ ਹੈ, ਕਾਲ ਦਾ ਅਰਥ ਸਮਾਂ ਹੈ। ਇਸ ਤਰ੍ਹਾਂ ਜੋ ਕਾਲ ਬੜਾ ਕਰੂਰ ਕਰੜਾ ਸਖਤ ਹੈ ਤੇ ਬਹੁਤ ਓਜ ਕਹੀਏ ਬਲ ਨੂੰ ਧਾਰਨ ਕਰਨ ਵਾਲਾ ਹੈ। ਜੋ ਸਭ ਕੋ ਉਪਜਾਵਤ ਹੈ। ਫਿਰ ਸਾਰਿਆਂ ਨੂੰ ਜੋ ਪੈਦਾ ਕਰਦਾ ਕਾਲ। ਪਰ ਭਾਰਤ ਫੇਰ ਵਿਨਾਸ਼ ਕਰੂ। ਵਿਸ਼ੇਸ਼ ਕਰਕੇ ਸਭ ਦੀ ਪਾਲਣਾ ਕਰਦਾ ਤੇ ਫਿਰ ਆਪਣੀ ਮਰਜ਼ੀ ਨਾਲ ਵਿਨਾਸ਼ ਕਰੂ, ਨਾਸ਼ ਕਰਦਾ ਹੈ। ਜੋ ਅਸ ਕਾਲ ਮਹਾ ਬਿਦਤਾ। ਸੰਗਤ ਜੀ, ਜੋ ਐਸਾ ਕਾਲ ਵੀ ਮਹਾਨ ਹੀ ਪ੍ਰਗਟ ਪ੍ਰਸਿੱਧ ਹੈ। ਤਿਸ ਕਾਲ ਕੋ ਕਾਲ ਕਰੈ ਜੋ ਤਰੂ। ਜੋ ਉਸ ਕਾਲ ਨੂੰ ਵੀ ਬੜੀ ਛੇਤੀ ਕਾਲ ਕਰ ਦਿੰਦਾ ਨਾ, ਤੁਰਤ ਜਲਦੀ ਨਾਲ ਹੀ, ਉਸ ਨੂੰ ਕਹੀਦਾ ਹੈ ਗੁਰੂ। ਜੋ ਅਸਚਰਜ ਮਹਾ ਬਿਸਮਾਵਤ। ਜੋ ਅਸਚਰਜ ਰੂਪ ਹੈ, ਮਹਾ ਬਿਸਮਾਦ ਰੂਪ ਹੈ। ਤਾਹੇ ਕਹੋ ਮੁਖ ਵਾਹਿਗੁਰੂ। ਉਹ ਹੈ ਵਾਹੇ ਬਾਬਾ ਬੁੱਢਾ ਸਾਹਿਬ ਜੀ, ਸੰਗਤ ਜੀ ਸਾਰੇ ਮੁਖੋਂ ਰਲ ਮਿਲ ਕੇ ਜਪੋ ਵਾਹਿਗੁਰੂ ਵਾਹਿਗੁਰੂ। ਵੇਦ ਅਵੇਦ ਨਿਰੰਤਰ ਅੰਤਰ। ਉਹ ਮਹਾਂਕਾਲ ਦੀ ਮਹਾਰਾਜ ਨੇ ਗੱਲ ਕੀਤੀ ਹੈ ਵੀ ਜੋ ਕਾਲ ਨੂੰ ਵੀ ਗ੍ਰਸ ਲੈਣ ਵਾਲਾ ਉਹ ਹੈ ਮਹਾਂਕਾਲ ਪਰਮੇਸ਼ਰ। ਕਾਲਣ ਕੋ ਕਾਲ ਮਹਾਕਾਲਣ ਕੋ ਮਹਾਂਕਾਲ ਹੈ। ਅੰਤ ਕਰਤ ਸਭ ਜਗ ਕੋ ਕਾਲਾ, ਨਾਮ ਕਾਲ ਤਾਂ ਤੇ ਜਗ ਡਾਲਾ। ਜਿਹੜਾ ਵੀ ਅੰਤ ਵੇਲੇ ਸਭ ਦਾ ਹੀ ਕਾਲ ਕਰ ਦਿੰਦਾ, ਉਹਦਾ ਨਾਮ ਇੱਕ ਕਾਲ ਹੈ, ਪਰਮੇਸ਼ਰ ਦਾ ਮਹਾਂਕਾਲ। ਹੁਣ ਗੁਰੂ ਸਾਹਿਬ ਜੀ ਹੋਰ ਅਰਥ ਖੋਲ੍ਹ ਕੇ ਵਾਹਿਗੁਰੂ ਸ਼ਬਦਾ ਕਰਦੇ ਹੈ। ਵੇਦ ਅਵੇਦ ਨਿਰੰਤਰ ਅੰਤਰ। ਜੋ ਵੇਦ ਕਹੀਏ, ਵੇਦਾਂ ਤੋਂ ਵੀ ਅਵੇਦ ਕਹੀਏ ਜਾਣਿਆ ਨਹੀਂ ਜਾਂਦਾ, ਤੇ ਨਿਰੰਤਰ ਇੱਕ ਰਸ ਸਭ ਦੇ ਅੰਦਰ ਹੈ। ਅੰਤਰੇ ਤੋਂ ਬਿਨਾਂ, ਫਰਕ ਤੋਂ ਬਿਨਾਂ, ਭੇਦ ਤੋਂ ਬਿਨਾਂ, ਪਰਦੇ ਤੋਂ ਬਿਨਾਂ, ਜੋ ਨਿਰੰਤਰ ਇੱਕ ਰਸ ਸਾਰਿਆਂ ਵਿੱਚ ਹੀ ਸਮਾਇਆ ਹੋਇਆ ਹੈ। ਤੇ ਇਸੇ ਤਰ੍ਹਾਂ ਵੇਦ ਅਵੇਦ ਨਿਰੰਤਰ ਅੰਤਰ, ਕਿ ਜੋ ਵੇਦ ਕਹੀਏ ਸਭ ਨੂੰ ਜੋ ਜਾਣਦਾ ਹੈ, ਪਰ ਜਿਸ ਨੂੰ ਕੋਈ ਨਹੀਂ ਜਾਣਦਾ, ਤੇ ਉਹ ਅੰਤਰੇ ਕਹੀਏ ਜੋ ਅੰਤਰੇ ਤੋਂ ਬਿਨਾਂ, ਫਰਕ ਤੋਂ ਬਿਨਾਂ, ਭੇਦ ਤੋਂ ਬਿਨਾਂ, ਪਰਦੇ ਤੋਂ ਬਿਨਾਂ, ਨਿਰੰਤਰ ਇੱਕ ਰਸ ਜੋ ਸਭ ਵਿੱਚ ਹੀ ਵਿਆਪਕ ਹੈ। ਅੰਤਰੇ ਸੋ ਅਚਰਾਨ ਚਰੂ। ਅੰਤਰੇ ਸੋ ਜੋ ਅੰਤਰ ਤੋਂ ਵੀ ਅੰਤਰ ਹੈ, ਜੋ ਅੰਦਰ ਤੋਂ ਵੀ ਅੰਦਰ ਹੈ, ਭੇਦ ਤੋਂ ਜੋ ਪਰੇ ਹੈ। ਤੇ ਆਚਾਰਨ ਚੁਰੂ, ਜੋ ਟਿਕਿਆ ਹੋਇਆ ਇਸ ਇੱਕ ਥਾਂ, ਜੋ ਚੱਲਣ ਵਾਲਿਆਂ 'ਚ ਨਹੀਂ ਹੈ, ਜੋ ਚੱਲਣ ਤੋਂ ਵੀ ਰਹਿਤ ਹੈ, ਤੇ ਚੁਰੂ ਕਈ ਜੋ ਚੱਲਣ ਵਾਲਾ ਵੀ ਹੈ। ਭਾਵ ਜੋ ਅਬਚਲ ਅਟਲ ਵੀ ਹੈ, ਤੇ ਜੋ ਚੁਰੂ ਕਈ ਜੋ ਚੱਲਣ ਵਾਲਾ ਵੀ, ਚਲਾਇਮਾਨ ਵੀ ਹੈ। ਇਸੇ ਤਰ੍ਹਾਂ ਆਚਾਰਾਨ ਭਾਵ ਅਜੜ, ਜਿਹੜੇ ਜੜ ਹੈ, ਜਿਹੜੇ ਜੜ ਨੂੰ ਜੋ ਜੜ੍ਹਾਂ ਨੂੰ ਚਲਾਉਣ ਵਾਲਾ ਹੈ, ਤੇ ਚੱਲਣ ਵਾਲਿਆਂ ਨੂੰ ਜੋ ਜੜ ਕਰ ਦੇਣ ਵਾਲਾ ਹੈ। ਬਿੰਬ ਸੋ ਏਕ ਅਨੇਕ ਅਬਿੰਬ। ਫਿਰ ਆਪ ਜੋ ਬਿੰਬ ਰੂਪ ਹੈ,
ਬਿੰਬ ਕਹੀਦਾ ਸਹੀ ਸਰੂਪ ਨੂੰ। ਜਿਵੇਂ ਆਪਾਂ ਸ਼ੀਸ਼ੇ ਅੱਗੇ ਖੜ੍ਹ ਕੇ ਵੇਖਦੇ ਹਾਂ, ਜੋ ਬਾਹਰ ਖੜ੍ਹਾ ਮਨੁੱਖ, ਉਹਦਾ ਜਿੰਨਾ ਹਿੱਸਾ ਸ਼ੀਸ਼ੇ ਵਿੱਚ ਆ ਰਿਹਾ ਨਾ, ਅਤੇ ਜਿਹੜਾ ਬਾਹਰਲਾ ਹਿੱਸਾ ਜਿੰਨਾ ਸ਼ੀਸ਼ੇ ਵਿੱਚ ਆ ਰਿਹਾ ਉਹਨੂੰ ਕਹੀਦਾ ਬਿੰਬ। ਜਿਹੜਾ ਸ਼ੀਸ਼ੇ ਵਿੱਚ ਨਾ ਆ ਰਿਹਾ ਹਿੱਸਾ ਉਹਨੂੰ ਕਹੀਦਾ ਪ੍ਰਤੀਬਿੰਬ। ਜਾਂ ਜਿਹੜਾ ਅਸੀਂ ਹੁਣ ਬਾਹਰ ਤੁਰੇ ਫਿਰਦੇ ਹਾਂ, ਇਹ ਤਾਂ ਹੋ ਗਿਆ ਬਿੰਬ। ਜਿਹੜਾ ਸਾਡਾ ਪਰਛਾਵਾਂ ਉਹ ਹੋ ਗਿਆ ਪ੍ਰਤੀਬਿੰਬ। ਜੋ ਬਿੰਬ ਰੂਪ ਹੈ ਅਤੇ ਪ੍ਰਤੀਬਿੰਬ ਦੁਆਰਾ, ਬਿੰਬ ਕਹੀਏ ਜੋ ਪ੍ਰਤੀਬਿੰਬ ਪਰਛਾਵਿਆਂ ਦੁਆਰਾ ਅਨੇਕਾਂ ਹੀ ਰੂਪ ਹੋ ਰਿਹਾ ਹੈ। ਉਹ ਕਿਵੇਂ ਵੀ ਹੁਣ ਪਰਮਾਤਮਾ, ਜਿਵੇਂ ਸੂਰਜ ਵੇਖੋ ਇੱਕ ਥਾਂ ਖੜ੍ਹਾ ਹੈ, ਇੱਕੋ ਹੀ ਹੈ ਨਾ। ਲੱਖਾਂ ਹੁਣ ਤੁਸੀਂ ਤਲਾਅ ਬਣਾ ਲਓ ਅਤੇ ਲੱਖਾਂ ਤਲਾਵਾਂ 'ਚ ਉਹ ਸੂਰਜ ਪੈਣਾ ਅਤੇ ਲੱਖ ਸੂਰਜ ਥੋੜ੍ਹੀ ਹੋ ਜਾਣੇ। ਉਹ ਤਲਾਵਾਂ ਕਰਕੇ ਲੱਖ ਪ੍ਰਤੀਤ ਹੋ ਰਹੇ। ਲੱਖਾਂ ਘੜਿਆਂ ਵਿੱਚ ਸੂਰਜ ਪਵੇ, ਉਹਦੀ ਰੌਸ਼ਨੀ ਪਾਣੀ ਵਿੱਚ ਪਿਆ ਹੋਇਆਂ ਦੇ, ਅਤੇ ਉਹ ਲੱਖਾਂ ਜਿਹੜੇ ਹੈ ਸੂਰਜ ਨਹੀਂ ਹੋ ਜਾਣੇ। ਲੱਖਾਂ ਘੜਿਆਂ 'ਚ ਪਾਣੀ ਪਾ ਕੇ ਆਕਾਸ਼ ਵੇਖੋ ਅਤੇ ਲੱਖਾਂ ਆਕਾਸ਼ ਨਹੀਂ ਹੋ ਜਾਣੇ। ਆਕਾਸ਼ ਇੱਕੋ ਹੀ ਹੈ, ਘੜਿਆਂ ਦੀ ਉਪਾਧੀ ਕਰਕੇ ਲੱਖਾਂ ਪ੍ਰਤੀਤ ਹੋ ਰਹੇ ਹੈ। ਇਸ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਇੱਕ ਹੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਇੱਕੋ ਹੀ ਹੈ। ਉਹ ਉਪਾਧੀ ਜੀਵਾਂ ਦੀ ਉਪਾਧੀ ਕਰਕੇ ਪ੍ਰਤੀਬਿੰਬ ਦੁਆਰਾ ਅਨੇਕਾਂ ਰੂਪ ਹੋ ਰਿਹਾ ਹੈ। ਅਤੇ ਅਬਿੰਬ ਜੋ ਬਿੰਬ ਕਹੀ ਜੋ ਆਪ ਪ੍ਰਤੀਬਿੰਬ ਤੋਂ ਪਰੇ ਹੈ, ਜੋ ਆਪ ਪ੍ਰਤੀਬਿੰਬ ਨਹੀਂ ਹੈ। ਅਲੰਬ ਬਿਨਾ ਸੋ ਅਲੰਬ ਕਰੋ। ਆਪ ਆਸਰੇ ਤੋਂ ਬਿਨਾਂ ਉਹਨੂੰ ਕਿਸੇ ਦਾ ਆਸਰਾ ਨਹੀਂ, ਅਤੇ ਸਭ ਨੂੰ ਆਸਰਾ ਕਰਨ ਵਾਲਾ, ਸਭ ਨੂੰ ਜੋ ਆਸਰਾ ਦੇਣ ਵਾਲਾ ਹੈ। ਸੰਖ ਬਿਖਾ ਜੋ ਅਸੰਖ ਵਿਸ਼ੇਸ਼। ਸੰਖ ਕਹੀਏ, ਸੰਖ ਨਾਮ ਗਿਣਤੀ ਦਾ ਹੈ। ਪਦਮ ਨੀਲ ਇਹ ਵੱਡੀਆਂ ਗਿਣਤੀਆਂ, ਸੰਖ ਵੀ ਗਿਣਤੀ ਹੈ। ਅਰਬਾਂ ਖਰਬਾਂ ਮਿਲੀਅਨ ਟ੍ਰਿਲੀਅਨ ਤੋਂ ਸਭ ਟੱਪ ਜਾਂਦੀ ਹੈ। ਸੰਖ ਜੋ ਗਿਣਤੀ ਹੈ, ਜੋ ਗਿਣਤੀ ਵਿੱਚੋਂ ਅਸੰਖ ਕਹੀਏ ਅਣਗਿਣਤ ਹੈ, ਜਿਹਦੀ ਕੋਈ ਗਿਣਤੀ ਨਹੀਂ ਹੈ। ਵਿਸ਼ੇਸ਼ ਕਰਕੇ ਵਿਸ਼ੇਸ਼ ਹੀ ਹੈ, ਮਹਾਨ ਹੀ ਹੈ। ਅਸ਼ੇਸ਼ ਹੋਵੈ ਸ਼ੇਸ਼ ਨਦੇਸ਼ ਤਰੂ। ਬਾਬਾ ਬੁੱਢਾ ਸਾਹਿਬ ਜੀ, ਸੰਗਤ ਜੀ, ਜਿਸ ਵਾਹਿਗੁਰੂ ਦੀ ਜਿਹੜੀ ਨਿਰਦੇਸ਼ ਕਹੀਏ ਆਗਿਆ ਹੈ, ਉਹ ਸ਼ੇਸ਼ ਨਾਗ ਧਾਰਦਾ ਹੈ। ਅਤੇ ਅਸ਼ੇਸ਼ ਕਹੀਏ ਜਿਸ ਨੇ ਸੰਪੂਰਨ ਧਰਤੀ ਨੂੰ ਆਪਣੇ ਸੀਸ ਉੱਪਰ ਟਿਕਾਇਆ ਹੋਇਆ, ਹਿਲ ਜੁਲ ਨਹੀਂ ਕਰਦਾ, ਸਦਾ ਹੀ ਵਾਹਿਗੁਰੂ ਦੀ ਜੋ ਆਗਿਆ ਧਾਰਦਾ ਸ਼ੇਸ਼ ਨਾਗ। ਜੋ ਅਸਚਰਜ ਮਹਾ ਬਿਸਮਾਵਤ। ਉਹ ਹੈ ਅਰਥ ਗੁਰੂ, ਅਤੇ ਜੋ ਵਾਹੇ ਦਾ ਅਰਥ ਅਸਚਰਜ, ਵਾਹੇ ਦਾ ਅਰਥ ਮਹਾ ਬਿਸਮਾਦ। ਜੋ ਅਸਚਰਜ ਰੂਪ ਹੈ ਅਤੇ ਬਿਸਮਾਦ ਰੂਪ ਹੈ। ਤਾਹੇ ਕਹੋ ਮੁਖ ਵਾਹਿਗੁਰੂ। ਉਹ ਹੈ ਵਾਹੇ, ਅਤੇ ਵਾਹੇ ਦੇ ਨਾਲ ਜੋ ਇਹ ਹੈ ਵਾਹੇ, ਅਤੇ ਗੋ ਦੇ ਗੋ ਕਹੀਏ ਹਨੇਰੇ ਨੂੰ, ਜੋ ਹਨੇਰੇ ਨੂੰ ਕੱਟ ਕੇ ਰੂਹ ਕਹੀਏ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲਾ, ਉਹ ਹੈ ਵਾਹਿਗੁਰੂ। ਬਾਬਾ ਬੁੱਢਾ ਸਾਹਿਬ ਜੀ, ਸੰਗਤ ਜੀ, ਸਾਰੇ ਮੁੱਖੋਂ ਜਪੋ ਵਾਹਿਗੁਰੂ ਵਾਹਿਗੁਰੂ। ਏਕਮ ਏਕ ਕਲਾ ਸਸ ਕੀ। ਮਹਾਰਾਜ ਹੋਰ ਇਸ ਅਰਥ ਵਾਹਿਗੁਰੂ ਦੇ ਸ਼ਬਦ ਨੂੰ ਖੋਲ੍ਹਦੇ ਹੈ। ਕਹਿੰਦੇ ਆ ਸੰਗਤ ਜੀ, ਜਿਵੇਂ ਇੱਕ ਏਕਮ ਥਿਤ ਦਾ ਜੋ ਚੰਦਰਮਾ ਹੁੰਦਾ ਹੈ, ਸੱਸ ਕਹੀਏ ਚੰਦਰਮਾ, ਜੋ ਏਕਮ ਥਿਤ ਦਾ ਚੰਦਰਮਾ ਹੁੰਦਾ, ਉਹਦੀ ਉਹ ਪਹਿਲੀ ਇੱਕ ਕਲਾ ਦੇ ਵਿੱਚ ਜਿਵੇਂ 15 ਕਲਾ ਸਮਾਈਆਂ ਹੁੰਦੀਆਂ, 15 ਥਿੱਤਾਂ ਹੀ। ਗੁਲ ਮੈਂ ਜਿਸ ਗੰਧ ਭਨੈ ਸਗਰੂ। ਜਿਵੇਂ ਸਾਰੇ ਕਹਿੰਦੇ ਵੀ ਗੁੱਲ ਕਹੀਏ ਫੁੱਲ ਦੇ ਵਿੱਚ ਸੁਗੰਧੀ ਹੁੰਦੀ ਹੈ ਹਰੇਕ ਵਿੱਚ। ਮਦ ਜਿਉ ਸਨ ਹੋਤ ਸਦੀਵ ਹੈ। ਜਿਵੇਂ ਪੈ ਕਹੀਏ ਦੁੱਧ ਦੇ ਵਿੱਚ, ਸਨ ਕਹੀਏ ਥੰਧਿਆਈ ਹਮੇਸ਼ਾ ਹੀ ਹੁੰਦੀ ਹੈ। ਉਹ ਤੁਸੀਂ ਦੁੱਧ ਥੰਧਿਆਈ ਹੁੰਦੀ, ਜਿਹੜੇ ਕੋਈ ਬਹੁਤਾ ਦੁੱਧ ਪੀਂਦੇ ਉਹਨਾਂ ਦੇ ਮੁੱਖ ਦੇ ਵਿੱਚ ਚਿਕਨਾਹਟ ਜਿਹੀ ਹੁੰਦੀ ਹੈ। ਜਾਂ ਤੁਸੀਂ ਬਹੁਤਾ ਦੁੱਧ ਗਰਮ ਕਰ ਲਓਗੇ ਤਾਂ ਉਹਦੇ ਸੁੱਤੇ ਸਿੱਧੀ ਸਾਰੀ ਥੰਧਿਆਈ ਆ ਜਾਏਗੀ। ਘਿਓ ਕੱਢ ਲਈਦਾ ਹੈ, ਮੱਖਣੀ ਕੱਢ ਲਈਦੀ ਹੈ, ਥੰਧਿਆਈ ਹੈ, ਹੋਰ ਕੀ। ਜਿਸ ਦੁੱਧ ਵਿੱਚ ਥੰਧਿਆਈ ਹੁੰਦੀ ਹੈ ਹਮੇਸ਼ਾ ਹੀ। ਅੰਬ ਮੈਂ ਮਦਰਤਾ ਜੋ ਭਰੂ। ਜੋ ਅੰਬ ਦੇ ਵਿੱਚ ਵੀ, ਜਿਵੇਂ ਅੰਬ ਦੇ ਵਿੱਚ ਵੀ ਮਿਠਾਸ ਪਰਿਪੂਰਣੀ ਹੁੰਦੀ, ਅੰਬ ਸਾਰੇ ਮਿੱਠੇ ਹੀ ਹੁੰਦੇ ਹੈ। ਅਤ ਤੇਜ ਹਲਾ ਹਲ ਮੈਂ। ਤੇ ਜ਼ਹਿਰ ਵਿੱਚ ਜਿਵੇਂ ਤੇਜ ਸਮਾਇਆ ਹੁੰਦਾ ਹੈ, ਉਹ ਤੇਜ ਉਹਦੇ ਵਿੱਚ
ਤੇਜ਼ ਕੀ ਹੁੰਦਾ ਵੀ ਜ਼ਹਿਰ ਪੀ ਲਈ ਤੇ ਜਿਵੇਂ ਆਪਾਂ ਕੌੜੀ ਚੀਜ਼ ਪੀ ਲਈ ਉਸੇ ਵੇਲੇ ਆਪਾਂ ਅੱਖਾਂ ਜੇ ਬੰਦ ਕਰਦੇ ਨਾ, ਮੂੰਹ ਵੀ ਉਹੋ ਜਿਹਾ ਬਣਾਉਂਦੇ ਆ, ਉਹ ਤੇਜ਼ ਹੁੰਦਾ ਹੈ, ਕੜੱਤਣ ਹੁੰਦੀ ਹੈ। ਜ਼ਹਿਰ ਵਿੱਚ ਤਾਂ ਇੰਨੀ ਕੜੱਤਣ ਅੱਗ ਹੈ, ਉਹ ਪੀਂਦੇ ਅੰਦਰ ਅੱਗ ਲਾ ਦਿੰਦਾ, ਜਿਸ ਕਰਕੇ ਸਾਰੀਆਂ ਨਾੜੀਆਂ ਨੂੜੀਆਂ ਬਲੌਕ ਹੋ ਜਾਂਦੀਆਂ, ਸੜ ਜਾਂਦੀਆਂ, ਅੰਦਰ ਸੜਨੇ ਕਰਕੇ ਮਨੁੱਖ ਮਰ ਜਾਂਦਾ ਹੈ। ਗੁਰੂ ਮਹਾਰਾਜ ਕਹਿੰਦੇ ਹੈ, ਬਾਬਾ ਬੁੱਢਾ ਸਾਹਿਬ ਜੀ, ਹਲਾਹਲ ਕਹੀਏ ਜਿਵੇਂ ਜ਼ਹਿਰ ਵਿੱਚ ਤੇਜ਼ ਹੁੰਦੀ ਹੈ ਬਹੁਤੀ। ਇਮ ਬੀਚ ਬਿਰਾਜਤ ਹੈ ਸਫਰੂ। ਇਸੇ ਤਰ੍ਹਾਂ ਹੀ ਸਫਰੂ, ਇਸੇ ਤਰ੍ਹਾਂ ਇਵੇਂ ਬਿਰਾਜਦਾ ਉਹ ਸਫਰੂ ਕਹੀਏ ਚੇਤਨ ਵਾਹਿਗੁਰੂ ਪਰਮੇਸ਼ਰ ਬ੍ਰਹਮ। ਜੋ ਅਸਚਰਜ ਮਹਾ ਬਿਸਮਾਵਤ। ਜੋ ਅਸਚਰਜ ਰੂਪ ਹੈ, ਮਹਾ ਬਿਸਮਾਦ ਰੂਪ ਹੈ। ਤਾਹੇ ਕਹੋ ਮੁਖ ਵਾਹਿਗੁਰੂ। ਉਸ ਨੂੰ ਉਹ ਹੈ ਵਾਹੇ ਤੇ ਸਾਰੀ ਸੰਗਤ ਬਾਬਾ ਬੁੱਢਾ ਸਾਹਿਬ ਜੀ ਆਪਣੇ ਮੁਖੋਂ ਜਪੋ ਵਾਹਿਗੁਰੂ ਵਾਹਿਗੁਰੂ। ਦੋਹਰਾ ਸਭ ਸੰਗਤ ਕੋ ਸਤਿਗੁਰੂ। ਸਾਰੀ ਸੰਗਤ ਨੂੰ ਹੀ ਸਤਿਗੁਰੂ ਜੀ ਨੇ ਅਰਥ ਦਿਓ ਸਮਝਾਏ। ਵਾਹਿਗੁਰੂ ਸ਼ਬਦ ਦੇ ਬੜੀ ਡੂੰਘਾਈ ਨਾਲ ਅਰਥ ਸਮਝਾ ਦਿੱਤੇ। ਨਿਸਬਾਸੁਰ ਸਿਮਰ ਹੋਇਸੇ। ਨਾਲ ਹੀ ਮਹਾਰਾਜ ਨੇ ਕਿਹਾ, ਸੰਗਤ ਜੀ ਰਾਤ ਦਿਨ ਇਸ ਵਾਹਿਗੁਰੂ ਨਾਮ ਨੂੰ ਸਿਮਰੋ। ਇਹ ਸੱਚੇ ਪਾਤਸ਼ਾਹ ਜੀ ਨੇ ਆਪ ਜੋਤੀ ਜੋ ਸਮਾਉਣ ਲੱਗਿਆ 2 ਘੜੀਆਂ 48 ਮਿੰਟਾਂ ਦੇ ਦਰਸ਼ਨ ਵਿੱਚ ਇਹ ਗੱਲ ਕਹੀ ਹੈ ਕਿ ਇਸ ਵਾਹਿਗੁਰੂ ਸ਼ਬਦ ਨੂੰ ਰਾਤ ਦਿਨ ਸਿਮਰੋ। ਅਤੇ ਜਿਹੜੇ ਅੱਜ ਕੱਲ੍ਹ ਦੇ ਵਿਦਵਾਨ ਹੈ ਉਹ ਬੜਾ ਕੀ ਕਹਿੰਦੇ ਹੈ, ਕਹਿੰਦੇ ਆ ਨਾਮ ਘੱਟ ਹੀ ਜਪਿਓ ਨਹੀਂ ਤਾਂ ਪਾਗਲ ਹੋ ਜਾਓਗੇ। ਇਹ ਘੱਟ ਹੀ ਜਪਣਾ ਚਾਹੀਦਾ, ਦਿਮਾਗ 'ਚ ਫਰਕ ਪੈ ਜਾਂਦਾ, ਇਸ ਕਰਕੇ ਘੱਟ ਹੀ ਜਪਣਾ ਹੈ। ਗੁਰੂ ਮਹਾਰਾਜ ਇੱਥੇ ਕਹਿ ਰਹੇ ਆ ਵੀ ਇਸ ਵਾਹਿਗੁਰੂ ਨਾਮ ਨੂੰ ਰਾਤ ਦਿਨ ਸਿਮਰੋ, ਯਾਦ ਕਰੋ। ਉੱਤਮ ਪਦ ਲਿਹੁ ਪਾਏ। ਜਿਸ ਕਰਕੇ ਸੰਗਤ ਜੀ ਤੁਸੀਂ ਉੱਤਮ ਪਦ ਪਾ ਲਓਗੇ, ਪਰਮ ਪਦ ਪਾ ਲਓਗੇ, ਕੇਵਲ ਮੁਕਤੀ ਪਾ ਲਓਗੇ। ਵੀ ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਵਿਖੇ ਸਮਾਹੇ। ਜਿਉਂ ਸਲਲੇ ਸਲਲ ਸਮਾਏ ਦਾ, ਉਹ ਪਰਮੇਸ਼ਰ ਵਿੱਚ ਜਿਹੜਾ ਅਭੇਦ ਹੋ ਜਾਣਾ ਸਭ ਤੋਂ ਵੱਡਾ ਪਦ ਹੈ, ਉਹ ਉਤਮ ਪਦ ਪਾ ਲਓਗੇ, ਵਾਹਿਗੁਰੂ ਵਿੱਚ ਹੀ ਸਮਾ ਜਾਓਗੇ। ਪਵਨੈ ਮਹਿ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ। ਪਾਇਓ ਅਸ਼ਟਕ ਅਰਥ ਕੋ। ਪਾਇਓ ਕਿਤੇ ਬਣਾਇਓ, ਬਣਾਇਓ ਪੜ ਬਣਾਇਓ ਅਸ਼ਟਕ ਅਰਥ ਕੋ। ਕਵੀ ਸਾਹਿਬ ਜੀ ਕਹਿੰਦੇ ਇਸ ਵਾਹਿਗੁਰੂ ਅਰਥ ਦੇ ਜਿਹੜੇ 8 ਅਰਥ ਹਨ, ਉਸ ਨੂੰ ਮੈਂ ਗੁਰੂ ਮਹਾਰਾਜ ਨੇ ਜਿਵੇਂ ਅਰਥ ਸੁਣਾਏ, ਉਹਨੂੰ ਮੈਂ 8 ਅਸ਼ਟਕ ਕਹੀਦਾ 8 ਛੰਦਾਂ ਵਿੱਚ ਬਣਾਇਆ ਹੈ ਕਾਵਿ ਦੇ ਨਿਯਮਾਂ 'ਚ ਕਰਕੇ। ਜਾਂ ਬਣਾਏ ਦੀ ਥਾਂ ਬਤਾਇਓ ਪਾਠ ਵੀ ਹੈ ਕਿ ਸਤਿਗੁਰੂ ਮਹਾਰਾਜ ਜੀ ਨੇ ਜੋ ਵਾਹਿਗੁਰੂ ਅਰਥ ਦੇ ਜਿਹੜਾ ਵਾਹਿਗੁਰੂ ਅਰਥ ਨੂੰ ਆਪ ਸੁਣਾਇਆ ਸੰਗਤ ਨੂੰ, ਉਸ ਨੂੰ ਮੈਂ 8 ਛੰਦਾਂ ਵਿੱਚ ਸੰਗਤ ਜੀ ਆਪ ਜੀ ਨੂੰ ਬਣਾ ਸਵਾਰ ਕੇ ਦੱਸਿਆ ਹੈ। ਵਾਹਿਗੁਰੂ ਸਤਨਾਮ। ਜੋ ਵਾਹਿਗੁਰੂ ਸੱਚਾ ਨਾਮ ਹੈ ਪ੍ਰਸਿੱਧ। ਨਿਤ ਪ੍ਰਤ ਪੜ੍ਹਿਆ ਜੋ ਪ੍ਰੇਮ ਕਰ। ਇਸ ਅਸ਼ਟਕ ਛੰਦ ਦਾ ਮਹਾਤਮ ਦੱਸ ਰਿਹਾ ਵੀ ਜਿਹੜਾ ਇਸ ਅਸ਼ਟਕ ਛੰਦ ਨੂੰ ਵਾਹਿਗੁਰੂ ਨਾਮ ਨੂੰ ਹਮੇਸ਼ਾ ਹੀ ਪ੍ਰੇਮ ਕਰਕੇ ਪੜ੍ਹੇਗਾ। ਠਾਨ ਗੁਰੂ ਪ੍ਰਣਾਮ। ਤੇ ਇਸ ਨੂੰ ਪੜ੍ਹਦਿਆਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਬਾਰ-ਬਾਰ ਪ੍ਰਣਾਮ ਨਮਸਕਾਰ ਕਰੇਗਾ। ਸੁਤ ਬਿਤ ਅਦਿਕ ਕਾਮਨਾ। ਸੁਤ ਬਿਤ ਆਦਿਕ, ਸੁਤ ਕਹੀਏ ਪੁੱਤਰ, ਬਿਤ ਕਹੀਏ ਧਨ, ਮਾਲ ਡੰਗਰ, ਘਰ ਵਿੱਚ ਕਿਸੇ ਵੀ ਚੀਜ਼ ਦੀ ਜਿਹੜੀ ਕਾਮਨਾ ਇੱਛਾ ਹੈ, ਸਤਿਗੁਰ ਤੇ ਸਭ ਪਾਏ। ਉਹ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਾਸੋਂ ਸਾਰਾ ਕੁਝ ਹੀ ਪਾ ਲਏਗਾ। ਜਿਹੜਾ ਇਸ ਅਸ਼ਟਕ ਛੰਦ ਨੂੰ ਵਾਹਿਗੁਰੂ ਦੇ ਅਰਥਾਂ ਨੂੰ ਧਿਆਨ ਨਾਲ ਪੜ੍ਹੇ, ਸੁਣੇਗਾ, ਵਿਚਾਰੇਗਾ, ਤੇ ਉਹਦੀ ਜੇ ਹੋ ਨਾ ਕਾਮਨਾ ਵੀ ਮੇਰੇ ਘਰ ਪੁੱਤਰ ਹੋ ਜਾਏ, ਧਨ ਹੋ ਜਾਏ, ਕੋਈ ਕਮੀ ਨਾ ਰਹਿ ਜਾਏ,
ਕਿਸੇ ਤਰ੍ਹਾਂ ਦੀ ਕਾਮਨਾ ਉਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਪਾਸੋਂ ਪਾ ਲਏਗਾ। ਪ੍ਰਤ ਦਿਨ ਦੋਨੋਂ ਲੋਕ ਮੈਂ, ਫਿਰ ਰੋਜ਼ ਰੋਜ਼ ਹੀ ਦੋਹਾਂ ਲੋਕਾਂ ਵਿੱਚ ਹੀ ਹੋਵੇ ਗੁਰੂ ਸਹਾਏ। ਗੁਰੂ ਮਹਾਰਾਜ ਸਹਾਈ ਹੋਣਗੇ ਉਹਦੀ। ਇੱਥੇ ਲੋਕ ਵਿੱਚ ਮਾਤ ਲੋਕ ਵਿੱਚ ਵੀ ਗੁਰੂ ਉਹਦੇ ਸਹਾਈ, ਉਹਦੇ ਤੇ ਕੋਈ ਜੰਤਰ ਮੰਤਰ ਟੂਣਾ ਨਹੀਂ ਕਰ ਸਕੇਗਾ। ਤੇ ਪਰ ਲੋਕ ਵਿੱਚ ਵੀ ਗੁਰੂ ਸਹਾਈ ਹੋਣਗੇ, ਉਹਦੀ ਬਾਂਹ ਫੜਨਗੇ। ਇੱਥੇ ਉੱਥੇ ਰਖਵਾਲਾ ਕਰ ਕਿਰਪਾ ਸਤਿਗੁਰੂ ਦੀਨ ਦਿਆਲਾ। ਚੌਪਈ ਅਧਿਕ ਪ੍ਰਸੰਨ ਭਾਈ ਤਬ ਸੰਗਤ। ਇਹ ਸ਼ਬਦ ਵਾਹਿਗੁਰੂ ਸ਼ਬਦ ਦੇ ਅਰਥ ਸੁਣ ਕੇ ਸਾਰੀ ਸੰਗਤ ਤਦੋਂ ਬੜੀ ਪ੍ਰਸੰਨ ਹੋਈ। ਮੁਖ ਬਿਗਸੇ ਜਨ ਪੰਕਜ ਪੰਗਤ। ਸੰਗਤ ਮਾਨੋ ਕਮਲਾਂ ਦੀ ਨਿਆਈ ਹੈ, ਕਮਲ ਦੀ ਨਿਆਈ ਬੈਠੇ ਹੋਏ। ਮਾਨੋ ਜਿਹੜੀ ਸੰਗਤ ਦੇ ਮੁੱਖ ਉਹ ਕਮਲ ਫੁੱਲ ਹੈ। ਇਵੇਂ ਜਿਹੜੇ ਮੁੱਖ ਹੈ ਕਮਲਾਂ ਵਰਗੇ, ਉਹ ਕਮਲਾਂ ਦੀ ਪੰਕਤੀਆਂ ਮਾਨੋ ਮੁੱਖ ਖਿੜ ਗਏ ਹੈ। ਤਬ ਹੋਆ ਖਰੋ ਬ੍ਰਿਧ ਤਤਕਾਲਾ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਬੜੀ ਛੇਤੀ ਨਾਲ ਖੜੋਤੇ। ਸੁਜਸ ਗੁਰੂ ਕੋ ਕਹਿਤ ਰਸਾਲਾ। ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸ੍ਰੇਸ਼ਟ ਜਸ ਕਹਿਣਾ ਸ਼ੁਰੂ ਕਰ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਨੇ। ਭੁਜੰਗ ਭਰਿਆਤ ਛੰਦ ਨਮੋ ਸੱਚ ਦਾ ਆਨੰਦ ਗੋਬਿੰਦ ਜੋਗੀ। ਤੇ ਬਾਬਾ ਬੁੱਢਾ ਸਾਹਿਬ ਜੀ ਸੰਗਤ ਦੇ ਵਿੱਚ ਖੜੋ ਕੇ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਜੀ ਤੁਸੀਂ ਗੋਬਿੰਦ ਰੂਪ ਹੋ, ਜੋਗੀ ਜੁੜੇ ਹੋਏ ਹੋ, ਸਤ ਚੇਤਨ ਆਨੰਦ ਸਰੂਪ ਹੋ। ਮੇਰੀ ਬਾਬਾ ਬੁੱਢਾ ਸਾਹਿਬ ਜੀ ਦੀ ਤੁਹਾਨੂੰ ਬੇਅੰਤ ਬੇਅੰਤ ਮਹਾਰਾਜ ਨਮਸਕਾਰ ਹੈ। ਤ੍ਰਿਲੋਕੀ ਪਤੀ ਆਪ ਭੋਗੀ ਅਭੋਗੀ। ਤੁਸੀਂ ਤੇ ਤਿੰਨਾਂ ਲੋਕਾਂ ਦੇ ਮਾਲਕ ਹੋ, ਆਪ ਸੱਚਾ ਪਾਤਸ਼ਾਹ ਗ੍ਰਹਿਸਥ ਰੂਪ ਹੋ ਕੇ ਭੋਗੀ, ਛਕਣ ਛਕਾਉਣ ਵਾਲੇ ਹੋ ਕੇ ਵੀ ਅਭੋਗੀ ਹੋ। ਰਾਜ ਮਹਿ ਰਾਜ, ਜੋਗ ਮਹਿ ਜੋਗੀ, ਤਪ ਮਹਿ ਤਪੀਸਰ, ਗ੍ਰਹਿਸਥ ਮਹਿ ਭੋਗੀ। ਨਿਰਾਕਾਰ ਕੋ ਰੂਪ ਸਾਕਾਰ ਹੋਇਓ। ਆਪ ਤੇ ਨਿਰੰਕਾਰ ਹੋ, ਆਕਾਰ ਤੋਂ ਰਹਿਤ ਤੋਂ ਨਿਰਗੁਣ ਸਰੂਪ ਹੋ, ਤੇ ਸੱਚੇ ਪਾਤਸ਼ਾਹ ਸਾਕਾਰ ਆਕਾਰ ਦੇ ਸਹਿਤ ਤੁਹਾਡਾ ਰੂਪ ਹੋਇਆ। ਭਾਵ ਗੁਰੂ ਨਾਨਕ ਰੂਪ ਸਾਹਿਬ ਹੋ ਕੇ ਪ੍ਰਗਟੇ ਤੁਸੀਂ। ਜਪੈ ਸਤਨਾਮੰ ਸਿੱਖੀ ਬੀਜ ਬੋਇਓ। ਸਤਨਾਮ ਵਾਹਿਗੁਰੂ ਦਾ ਜਾਪ ਜਪਾ ਕੇ ਸਾਰੀ ਸ੍ਰਿਸ਼ਟੀ ਨੂੰ ਤੇ ਸਿੱਖੀ ਦਾ ਬੀਜ ਬੀਜਿਆ। ਚਹੁ ਚੱਕ ਮੈਂ ਦੇਸ਼ ਦੇਸੰ ਬਿਥਾਰੀ। ਚੌਹਾਂ ਚੱਕਾਂ ਦੇ ਵਿੱਚ ਹੀ ਆਪਣੀ ਮਹਾਨ ਪਰਮ ਸਿੱਖੀ ਤੁਸਾਂ ਨੇ ਸੱਚੇ ਪਾਤਸ਼ਾਹ ਦੇਸ਼ਾਂ ਵਿਦੇਸ਼ਾਂ ਵਿੱਚ ਫੈਲਾਈ। ਗੁਰੂ ਆਪ ਹੋਵੈ ਸਿੱਖ ਕੀਨੰ ਅਪਾਰੀ। ਆਪ ਤੁਸੀਂ ਪਰਮੇਸ਼ਰ ਹੋ ਤੇ ਗੁਰੂ ਰੂਪ ਹੋ ਕੇ ਤੇ ਬੇਅੰਤ ਬੇਅੰਤੀ ਆਪਣੇ ਸਿੱਖ ਕੀਤੇ ਬਣਾਏ ਜੀ। ਦਇਓ ਗਿਆਨ ਕੋ ਦਾਨ ਦਾਸੰ ਬਿਸਾਲਾ। ਆਪਣੇ ਬਹੁਤਿਆਂ ਦਾਸਾਂ ਨੂੰ ਬ੍ਰਹਮ ਗਿਆਨ ਦਾ ਦਾਨ ਦਿੱਤਾ ਆਪ ਜੀ ਨੇ, ਜੋ ਮਹਾਨ ਦਾਨ ਹੈ। ਕਲੀ ਮੈਂ ਦੁਖੀ ਦੇਖ ਜੀਵੰ ਕਿਰਪਾਲਾ। ਕਲਯੁਗ ਦੇ ਵਿੱਚ ਜੀਵਾਂ ਨੂੰ ਦੁਖੀ ਦੇਖ ਕੇ ਦਿਆਲੂ ਕਿਰਪਾਲੂ ਸਤਿਗੁਰੂ ਜੀ ਆਪ ਜੀ ਨੇ ਸਿੱਖੀ ਫੈਲਾਈ, ਨਾਮ ਦਾਨ ਬਖਸ਼ਿਆ, ਬ੍ਰਹਮ ਗਿਆਨ ਬਖਸ਼ਿਆ ਸਭ ਨੂੰ। ਮਹਾਮੰਦ ਕੋ ਬਰਿੰਦ ਕੀਨੰ ਉਧਾਰੰ। ਆਪ ਜੀ ਨੇ ਤੇ ਵੱਡੇ ਵੱਡੇ ਪਾਪੀ ਬਹੁਤੇ ਸੱਚਾ ਪਾਤਸ਼ਾਹ ਉਹਨਾਂ ਦਾ ਵੀ ਉਧਾਰ ਕੀਤਾ ਹੈ। ਸਮਾਨੰ ਨਾ ਆਨੰ ਮਹਾਨੋਪਕਾਰੰ। ਆਪ ਜੀ ਦੇ ਬਰਾਬਰ ਕੋਈ ਹੈ ਹੀ ਨਹੀਂ ਹੈ, ਨਾ ਹੋ ਸਕਦਾ ਨਾ ਹੋਵੇਗਾ। ਮਹਾਨੋਪਕਾਰੰ, ਤੁਸੀਂ ਦੇ ਮਹਾਨ ਪਰਉਪਕਾਰੀ ਹੋ ਗੁਰੂ ਜੀ, ਪਰਉਪਕਾਰੀ ਗੁਰੂ ਪਿਆਰੇ ਹੋ। ਅਹੋ ਰੂਪ ਸਾਖੀ ਬਸੋ ਦੇਹ ਸਾਰੇ। ਆਪ ਜੀ ਸਾਖੀ ਰੂਪ ਹੋ, ਦ੍ਰਿਸ਼ਟਾ ਰੂਪ ਹੋ, ਸਾਰੀਆਂ ਦੇਹਾਂ ਵਿੱਚ ਹੀ ਵਸਦੇ ਹੋ, ਕਿਉਂਕਿ ਉਹ ਅਬਿਨਾਸੀ ਪੁਰਖ ਹੈ। ਸਭ ਮਹਿ ਰਿਹਾ ਸਮਾਏ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਅਕਰਤਾ ਭੁਗਤਾ ਸੰਯੁਗਤਾ ਵਿਚਾਰੇ। ਆਪ ਜੀ ਅਕਰਤਾ ਹੋ, ਕਿਸੇ ਦੇ ਕੀਤੇ ਹੋਏ ਨਹੀਂ, ਬਣਾਏ ਹੋਏ ਨਹੀਂ ਹੋ, ਤੇ ਅਭੁਗਤਾ ਹੋ। ਕੁਝ ਮਹਾਰਾਜ ਛਕਦੇ ਨਹੀਂ ਹੋ, ਅਭੁਗਤਾ ਹੋ, ਛਕ ਕੇ ਵੀ ਛਕਣ ਵਾਲੇ ਨਹੀਂ ਹੋ, ਤੇ ਸੰਯੁਗਤਾ ਸਭ ਦੇ ਵਿੱਚ ਮਿਲੇ ਹੋਏ ਵਿਚਾਰੇ ਜਾਂਦੇ ਹੋ, ਲੀਨ ਹੋ ਸਭ ਦੇ ਵਿੱਚ। ਸਦਾ ਦੀਨ ਬੰਧੂ ਸਰਨਯੰ ਮਹਾਨੇ। ਆਪ ਜੀ ਦੀਨਾਂ ਗਰੀਬਾਂ ਦੇ ਪਿਆਰੇ ਹੋ, ਰਿਸ਼ਤੇਦਾਰ ਹੋ। ਆਪ ਜੀ ਦੀ ਮਹਾਨ ਸ਼ਰਨ ਵਿੱਚ ਆਏ ਹਾਂ ਜੀ। ਜਪੇ ਨਾਮ ਜੋ ਆਪ ਕੋ ਪ੍ਰੇਮ ਠਾਨੇ। ਗੁਰੂ ਨਾਨਕ ਸਾਹਿਬ ਜੀ ਜੋ ਆਪ ਜੀ ਨੂੰ ਪ੍ਰੇਮ ਕਰਕੇ ਆਪ ਜੀ ਦਾ
ਨਾਮ ਜਪੇਗਾ। ਤਿਸੇ ਹਾਥ ਦੇ ਅੰਤ ਲੇਵੋ ਬਚਾਈ। ਉਸ ਨੂੰ ਆਪਣਾ ਕਿਰਪਾ ਰੂਪੀ ਹੱਥ ਦੇ ਕੇ, ਪ੍ਰਤੱਖ ਹੱਥ ਦੇ ਕੇ ਮਾਰੇ ਬਚਾਈ ਲਓਗੇ, ਸੰਸਾਰ ਤੋਂ ਬਚਾਉਂਦੇ ਹੀ ਹੋ। ਨਿਜੰ ਦਾਸ ਕੇ ਆਪ ਹੋਵੋ ਸਹਾਈ। ਆਪਣੇ ਦਾਸਾਂ ਸੇਵਕਾਂ ਸਿੱਖਾਂ ਦੇ ਆਪ ਹਮੇਸ਼ਾ ਸਹਾਈ ਹੁੰਦੇ ਹੋ ਜੀ। ਧਰਿਓ ਬੰਸ ਬੇਦਿਨ ਮੈਂ ਰੂਪ ਜੋਈ। ਜੋ ਆਪ ਜੀ ਨੇ ਬੇਦੀਆਂ ਦੀ ਬੰਸ ਵਿੱਚ ਸਰੂਪ ਆਪਣਾ ਗੁਰੂ ਨਾਨਕ ਕਰਕੇ ਧਾਰਿਆ, ਜਿਹੜੇ ਭਾਗ ਲਾਏ ਬੇਦੀ ਬੰਸ ਨੂੰ। ਭਜੇ ਧਿਆਨ ਠਾਨੇ ਪਰੇ ਸ਼ਰਨ ਕੋਈ। ਜੇ ਕੋਈ ਆਪ ਜੀ ਦੀ ਸ਼ਰਨ ਪਵੇ, ਆਪ ਜੀ ਦੇ ਐਸੇ ਸਰੂਪ ਦਾ ਧਿਆਨ ਧਰੇ, ਆਪ ਜੀ ਦੇ ਐਸੇ ਸਰੂਪ ਨੂੰ ਭਜੇ, ਨਾਮ ਆਪ ਜੀ ਦਾ ਸਿਮਰੇ। ਨਿਸੰਸੇ ਗਤੀ ਪਰਮ ਪਾਵੈ ਆਨੰਦੰ। ਉਹ ਨਿਰਸੰਸੇ, ਕੋਈ ਸੰਸਾ ਹੀ ਨਹੀਂ ਹੈ ਵੀ ਉਹ ਗਤੀ ਨਹੀਂ ਪਾਊਗਾ। ਮਹਾਨ ਕੇਵਲ ਮੁਕਤੀ ਪਾਵੇਗਾ ਤੇ ਮਹਾਨ ਆਨੰਦ ਪਾਵੇਗਾ। ਨਮੋ ਪਾਦ ਕੰਜੰ ਬਿਲੰਦੇ ਮੁਕੰਦੰ। ਵਾਹਿਗੁਰੂ ਮਹਾਰਾਜ ਮਹਾਨ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ, ਆਪ ਜੀ ਦੇ ਚਰਨ ਕਮਲਾਂ ਤੇ ਮੇਰੀ ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤ ਬੇਨਤੀ ਨਮਸਕਾਰ ਮੈਂ ਮੱਥਾ ਟੇਕਦਾ ਆਪ ਜੀ ਨੂੰ। ਮਹਾਮਾਨ ਮੁਹਾਦ ਮਾਤੇ ਮਤੰਗੰ। ਮਹਾਰਾਜ ਜੋ ਮਾਨ ਹੈ ਨਾ, ਹੰਕਾਰ ਹੈ, ਮੋਹ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਇਹ ਮਸਤੇ ਹੋਏ ਹਾਥੀ ਹੈ ਮਨੁੱਖ ਦੇ ਅੰਦਰ। ਹਿਰਦੇ ਕਾਨਨੰ ਦਾਸ ਕੇ ਸਿੰਘ ਅੰਗੰ। ਇਹ ਆਪ ਆਪਣੇ ਦਾਸਾਂ ਦੇ ਜਿਹੜੇ ਦਾਸਾਂ ਦੇ ਹਿਰਦੇ ਉਹ ਜੰਗਲਾਂ ਦੀ ਨਿਆਈ ਹੈ। ਉਹ ਜਿਵੇਂ ਜੰਗਲ 'ਚ ਸ਼ੇਰ ਜਿਹੜੇ ਰਹਿੰਦੇ ਹੈ, ਹਾਥੀ ਮਸਤੇ ਰਹਿੰਦੇ ਹੈ, ਇਹ ਦਾਸਾਂ ਦੇ ਜਿਹੜੇ ਹਿਰਦੇ ਰੂਪੀ ਬਣ ਜੰਗਲ ਦੇ ਵਿੱਚ ਆਪ ਮਹਾਰਾਜ ਸ਼ੇਰ ਰੂਪ ਹੋ। ਜਿਵੇਂ ਸ਼ੇਰ ਆ ਜਾਵੇ, ਮਸਤੇ ਹੋਏ ਹਾਥੀ ਸਾਰੇ ਭੱਜ ਜਾਂਦੇ, ਲੱਭਦੇ ਨਹੀਂ ਕੋਈ ਸਿੰਘ ਬੁੱਕੇ ਮਿਰਗਾਵਲੀ। ਜਦੋਂ ਸਿੰਘ ਬੁੱਕਦੇ, ਹਿਰਨਾਂ ਦੀਆਂ ਡਾਰਾਂ, ਹਾਥੀਆਂ ਦੀ ਡਾਰਾਂ ਭੱਜ ਜਾਂਦੀਆਂ। ਆਪ ਦਾਸਾਂ ਦੇ ਹਿਰਦਿਆਂ ਰੂਪੀ ਜੰਗਲਾਂ ਦੇ ਵਿੱਚ ਸ਼ੇਰ ਰੂਪ ਹੋ। ਜਦੋਂ ਆਪ ਆਪਣੇ ਉਪਦੇਸ਼ ਰੂਪੀ ਗੁਰੂ ਮਹਾਰਾਜ ਭਬਕ ਮਾਰਦੇ ਹੋ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਸਤੇ ਹੋਏ ਹਾਥੀ ਸਾਰੇ ਨੱਠ ਭੱਜ ਜਾਂਦੇ ਹੈ। ਰਹੋ ਸਿੱਖ ਕੇ ਅੰਗ ਸੰਗੰ ਸਦਾਈ। ਆਪ ਆਪਣੇ ਸਿੱਖ ਦੇ ਹਮੇਸ਼ਾ ਅੰਗ ਸਾਂਗੀ ਸਦਾ ਰਹਿੰਦੇ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਇਹ ਐਸੀ ਆਪ ਜੀ ਦੀ ਕਿਰਪਾ ਹੈ। ਨਹੀਂ ਰੋਮ ਬਾਂਕੋ ਕਰੈ ਕੋਏ ਜਾਈ। ਜਿਹੜੇ ਮਹਾਰਾਜ ਆਪ ਜੀ ਦੇ ਸਿੱਖ ਹੈ, ਉਹਨਾਂ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਜਿਸ ਦਾ ਸਾਹਿਬ ਡਾਢਾ ਹੋਏ, ਤਿਸਨੂੰ ਮਾਰ ਨਾ ਸਕੈ ਕੋਈ। ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ। ਮਹਾਰਾਜ ਜੀ ਦੇ ਤੁਸੀਂ ਰਖਵਾਲੇ ਹੋ, ਉਹਨੂੰ ਕੌਣ ਮਾਰ ਸਕਦਾ? ਉਹਨੂੰ ਕੋਈ ਨਹੀਂ ਮਾਰ ਸਕਦਾ। ਸੱਚਾ ਪਾਤਸ਼ਾਹ ਤੁਸੀਂ ਦੇ ਅੱਜ ਜਿਹਦੇ 'ਤੇ ਆਪਣੀ ਮਿਹਰ ਰੱਖਦੇ ਹੋ, ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਉਹਨਾਂ ਸਿੱਖਾਂ ਦਾ ਵਾਲ ਨਹੀਂ ਵਿੰਗਾ ਹੁੰਦਾ। ਬਿਨਾ ਕੋ ਗੁਣੰ ਪਾਰ ਪਾਵੈ ਨਾ ਕੋਈ। ਆਪ ਜੀ ਦੇ ਗੁਣਾਂ ਦਾ ਕੌਣ ਗਿਣਨਾ ਕਰੇ, ਕੋਈ ਪਾਰ ਨਹੀਂ ਪਾ ਸਕਦਾ ਆਪ ਜੀ ਦੇ ਗੁਣਾਂ ਨੂੰ ਗਿਣ ਕੇ। ਬੇਸੁਮਾਰ ਬੇਅੰਤ ਸੁਆਮੀ ਤਿਰੁ ਅੰਤ ਨਾ ਕਿਨਹੀ ਲਹੀਐ। ਜਿਹਵਾ ਇੱਕ ਕਵਣ ਗੁਣ ਕਹੀਏ, ਕੋਈ ਗੁਣ ਕਹਿ ਹੀ ਨਹੀਂ ਸਕਦਾ ਇਹ ਰਸਨਾ ਨਾਲ। ਤੁਹਾਡਾ ਦੇ ਸੇਖ ਸੁਨੰਦ ਜਿਹੜੇ ਸਨਕ ਸੁਨੰਦ ਮਹੇਸ਼ ਸਮਾਨਾ, ਸੇਖ ਨਾਗ ਤਿਰੁਮੰਤ ਨਾ ਜਾਨਾ। ਤੁਹਾਡਾ ਅੰਤ ਕਿਸੇ ਨੇ ਜਾਣਿਆ ਹੀ ਨਹੀਂ ਹੈ ਜੀ। ਮਹਾਨੰ ਮਹਿਆਨ ਰੂਪੰ ਜੇ ਹੋਈ। ਜਿਹੜਾ ਆਪ ਜੀ ਦਾ ਸਰੂਪ ਵੱਡਿਆਂ ਤੋਂ ਵੱਡਾ ਹੈ ਜੀ। ਨਿਜੰ ਸ਼੍ਰੇਯ ਹੇਤੰ ਭਜੇ ਜੌਨ ਕੋਨੰ। ਜਿਹੜਾ ਕਿਹੜਾ ਵੀ ਆਪਣੀ ਮੁਕਤੀ ਵਾਸਤੇ ਤੁਹਾਡੇ ਐਸੇ ਸਰੂਪ ਦਾ ਭਜਨ ਕਰੇਗਾ, ਸਿਮਰੇਗਾ, ਧਿਆਨ ਧਰੇਗਾ। ਦਇਆ ਧਾਰ ਦੇਵੋ ਮਹਾਮੋਦ ਤੌਨੰ। ਉਹਨੂੰ ਮਹਾਰਾਜ ਆਪਣੀ ਦਇਆ ਦੀ ਮਿਹਰ ਧਾਰ ਕੇ ਮਹਾਨ ਹੀ ਆਨੰਦ ਸੱਚਾ ਪਾਤਸ਼ਾਹ ਤੁਸੀਂ ਦਿੰਦੇ ਹੋ। ਉਹਨਾਂ ਨੂੰ ਮਹਾਨ ਆਨੰਦ ਦੇ ਦਿੰਦੇ ਹੋ। ਜੋ ਆਵਤ ਪ੍ਰਭ ਸਰਨ ਤੁਮਰੀ, ਜੋ ਆਵਤ ਸਰਨ ਪ੍ਰਭ ਤੁਮਰੀ, ਤਿਸ ਰੱਖੋ ਕਿਰਪਾ ਧਾਰ। ਮਹਾ ਦੁਖ ਸਿੰਦੰ ਪ੍ਰਭੂ ਹੋ ਅਗਸਤੰ। ਜੋ ਮਹਾਨ ਵੱਡੇ ਵੱਡੇ ਦੁੱਖ ਹੈ, ਉਹ ਮਾਰੇ ਸਮੁੰਦਰ ਦੀ ਨਿਆਈ ਹੈ। ਮਹਾ ਦੁੱਖਾਂ ਰੂਪੀ ਸਮੁੰਦਰ ਨੂੰ ਪੀਣ ਵਿੱਚ ਗੁਰੂ ਨਾਨਕ ਸਾਹਿਬ ਜੀ ਆਪ ਅਗਸਤ ਰਹੀਓ। ਸਮਸਤੰ ਨਿਵਾਸੋ ਬਿਲਾਸੋ ਸਮਸਤੰ। ਆਪ ਜੀ ਸਾਰੇ ਥਾਂ ਹੀ ਨਿਵਾਸ ਰੱਖਣ ਵਾਲੇ ਹੋ। ਸਭ ਥਾਂ ਆਪ ਜੀ ਦਾ ਨਿਵਾਸ ਹੈ ਤੇ ਸਾਰੇ ਥਾਂ ਤੁਸੀਂ ਆਨੰਦ ਕੌਤਕ ਕਰਨ ਵਾਲੇ ਹੋ। ਦਈ ਮੋਖ ਕੋਟਾਨ ਜੇ ਮੋਹ ਗ੍ਰਸਤੰ। ਸਮਸਤ ਬਿਲਾਸੋ ਸਮਸਤੰਗ,
ਸਭ ਥਾਂ ਸੱਚੇ ਪਾਤਸ਼ਾਹ ਤੁਸੀਂ ਸਭ ਥਾਂ ਹੀ ਖੇਲ ਕਰਦੇ ਹੋ, ਸਾਰਿਆਂ ਵਿੱਚ ਖੇਲ ਕਰਦੇ ਹੋ, ਸਾਰਿਆਂ ਵਿੱਚ ਨਿਵਾਸ ਕਰੀਏ ਵਸਦੇ ਹੋ। ਇਹ ਆਪ ਜੀ ਦੀ ਐਸੀ ਰਚਨਾ ਹੈ ਕਿ ਖੇਲ ਵੀ ਕਰਦੇ ਹੋ, ਖੇਲ ਤੋਂ ਪਰੇ ਵੀ ਹੋ। ਅੰਤ ਨੂੰ ਖੇਲ ਖੇਲ ਅਖੇਲ ਖੇਲਣ ਕੋ ਅੰਤ ਕੋ ਫਿਰ ਏਕ ਹੋ ਜਾਂਦੇ ਹੋ। ਦਈ ਮੋਖ ਕੁਟਾਨ ਜੇ ਮੋਹ ਗ੍ਰਸਤੰ। ਜਿਹੜੇ ਕੋਈ ਸਿੱਖ ਦਾਸ ਕਰੋੜੇ ਮੋਹ ਵਿੱਚ ਗਰਸੇ ਫਸੇ ਸਨ, ਉਹਨਾਂ ਨੂੰ ਆਪ ਜੀ ਨੇ ਮੁਕਤੀ ਦਿੱਤੀ ਆ। ਮੋਹ ਤੋਂ ਕਰੋੜਾਂ ਨੂੰ ਮਾਰਿਆ ਨੂੰ ਨਿਵਰਤ ਕਰ ਦਿੱਤਾ। ਮੋਹ ਮਾਰ ਕੇ ਬੰਧਨਾਂ ਤੋਂ ਛੁਡਾ ਕੇ ਮੁਕਤੀ ਕਰ ਦਿੱਤਾ ਹੈ। ਸਦਾ ਜੈ ਨਮਸਤੰ ਨਮਸਤੰ। ਗੁਰੂ ਨਾਨਕ ਸਾਹਿਬ ਜੀ, ਮੈਂ ਬਾਬਾ ਬੁੱਢਾ ਸਾਹਿਬ ਜੀ ਆਪ ਜੀ ਦੀ ਹਮੇਸ਼ਾ ਹੀ ਜੈ ਕਰਦਾ ਹਾਂ। ਆਪ ਜੀ ਦੀ ਸਦਾ ਹੀ ਜੈ, ਸਦਾ ਹੀ ਜੈ। ਆਪ ਜੀ ਦੀ ਸਦਾ ਹੀ ਜਿੱਤ ਫਤਿਹ ਹੈ। ਆਪ ਜੀ ਨੂੰ ਮੇਰੇ ਵੱਲੋਂ ਮਹਾਰਾਜ ਜੀ ਨਮਸਕਾਰ ਹੈ। ਮਨ ਕਰਕੇ ਨਮਸਕਾਰ ਹੈ, ਬਾਣੀ ਕਰਕੇ ਨਮਸਕਾਰ ਹੈ, ਸਰੀਰ ਕਰਕੇ ਮੈਂ ਬਾਬਾ ਬੁੱਢਾ ਸਾਹਿਬ ਜੀ ਦੀ। ਦੋਹਰਾ ਸ੍ਰੀ ਬੁੱਢੇ ਅਸ਼ਟਕ ਕਰਿਓ। ਇਸ ਤਰ੍ਹਾਂ ਸੋਭਾ ਵਾਲੇ ਬੁੱਢਾ ਸਾਹਿਬ, ਬਾਬਾ ਬੁੱਢਾ ਸਾਹਿਬ ਜੀ ਨੇ ਅਸ਼ਟਕ ਕਈ 8 ਛੰਦਾਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਉਸਤਤ ਕੀਤੀ। ਸੁਨ ਸਤਿਗੁਰ ਸੁਖਦਾਏ। ਸੁਣ ਕੇ ਆਪਣੀ ਸਿਫਤ ਸਤਿਗੁਰੂ ਸੁੱਖਾਂ ਨੂੰ ਦੇਣ ਵਾਲੇ। ਭਾਈ ਪਦ ਬਖਸ਼ਨ ਕਰਿਓ। ਪ੍ਰਸੰਨ ਹੋ ਕੇ ਜਾਂਦੇ ਜਾਂਦੇ ਜੋਤੀ ਜੋ ਸਮਾਉਣ ਲੱਗਿਆ ਗੁਰੂ ਜੀ ਨੇ ਭਾਈ ਪਦ ਬਖਸ਼ਣਾ ਕੀਤਾ। ਕਿਹਾ ਹੈ ਕਿ ਪਹਿਲਾਂ ਬੁੱਢਾ ਸਾਹਿਬ ਜੀ ਕਿਹਾ ਜਾਂਦਾ ਸੀ, ਫਿਰ ਮਹਾਰਾਜ ਨੇ ਕਿਹਾ ਅੱਜ ਤਾਂ ਤੁਸੀਂ ਬੁੱਢਾ ਸਾਹਿਬ ਨਹੀਂ, ਅੱਜ ਤੋਂ ਤੁਸੀਂ ਭਾਈ ਬੁੱਢਾ ਸਾਹਿਬ ਜੀ ਹੋ। ਇਸ ਤਰ੍ਹਾਂ ਮਹਾਰਾਜ ਨੇ ਪਦ ਬਖਸ਼ਿਆ, ਭਾਈ ਨਾਲ ਲਾ ਦਿੱਤਾ। ਇਹ ਤਾਂ ਸਾਧ ਸੰਗਤ ਜੀ ਗੁਰੂ ਦੀ ਮਹਾਨਤਾ ਹੈ ਕਿ ਸੱਚੇ ਪਾਤਸ਼ਾਹ ਜਿਹੜੇ ਸਿੱਖਾਂ ਨੂੰ ਕਹਿ ਦਿੰਦੇ ਭਾਈ, ਭਾਈ ਦਾ ਅਰਥ ਹੁੰਦਾ ਭਰਾ, ਵੀ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਸਾਡੇ ਭਰਾ ਹੋ। ਨਹੀਂ ਤਾਂ ਆ ਜਿਹੜੇ ਕੋਈ ਹੈਗੇ ਨਾ ਦੂਜੇ, ਉਹ ਇਹੀ ਕਹਿੰਦੇ ਆਂਦੇ ਅਸੀਂ ਤਾਂ ਹੈਗੇ ਅਯਾਲੀ ਮਾਲਕ। ਆ ਜਿਹੜੇ ਸਾਡੇ ਸਿੱਖ ਸੇਵਕ ਸਾਡੀਆਂ ਭੇਡਾਂ ਬੱਕਰੀਆਂ, ਉਹਨਾਂ ਨੂੰ ਭੇਡਾਂ ਬੱਕਰੀਆਂ ਬਣਾਈਆਂ ਆਪਣੇ ਸਿੱਖ ਸੇਵਕਾਂ ਨੂੰ। ਇਹ ਤਾਂ ਗੁਰੂ ਮਹਾਰਾਜ ਹੀ ਹੈ ਜਿਹੜੇ ਆਪਣੇ ਸਿੱਖਾਂ ਨੂੰ ਭਾਈ ਸ਼ਬਦ ਦੇ ਨਾਲ ਨਵਾਜਦੇ ਹੈ। ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਅਤੇ ਭਾਈ ਬੁੱਢਾ ਸਾਹਿਬ ਜੀ ਪਦ ਬਖਸ਼ਿਆ। ਫਿਰ ਬਾਬਾ ਬੁੱਢਾ ਸਾਹਿਬ ਜੀ ਹੋ ਗਏ। ਜਦੋਂ ਉਮਰ ਵੱਡੀ ਹੋ ਗਈ, ਉਹ ਸਤਿਕਾਰ ਨਾਲ ਬਾਬਾ ਬੁੱਢਾ ਸਾਹਿਬ ਜੀ ਕਿਹਾ ਜਾਂਦਾ ਹੈ। ਜਿਵੇਂ ਕੋਈ ਬਜ਼ੁਰਗ ਹੋ ਜੇ ਉਹਦਾ ਨਾਮ ਬਾਬਾ ਹੋ ਜਾਂਦਾ, ਬਾਬਾ ਬੁੱਢਾ ਸਾਹਿਬ ਜੀ ਲਿਆ ਜਾਂਦਾ ਸੀ ਬਜ਼ੁਰਗ ਹੋਣੇ ਕਰਕੇ। ਅਤੇ ਜਿੰਨਾ ਚਿਰ ਇਵੇਂ ਚੜ੍ਹਦੀ ਜਵਾਨੀ ਉਹਨਾਂ ਚਿਰ ਭਾਈ ਬੁੱਢਾ ਸਾਹਿਬ ਜੀ। ਅਤੇ ਜਿਵੇਂ ਗੁਰੂ ਘਰਾਂ ਵਿੱਚ ਸੰਪਰਦਾਵਾਂ ਵਿੱਚ ਪੜ੍ਹਿਆ ਜਾਂਦਾ ਹੈ, ਉੱਥੇ ਵੀ ਸਭ ਨੂੰ ਭਾਈ ਸਾਹਿਬ ਕਰਕੇ ਬੁਲਾਇਆ ਜਾਂਦਾ ਹੈ। ਭਾਈ ਸ਼ਬਦ ਇੱਕ ਐਸਾ ਸ਼ਬਦ ਹੈ ਜੋ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਵਰਤਿਆ ਜਾ ਸਕਦਾ ਹੈ। ਕਿਸੇ ਨੂੰ ਵੀ ਆਪਾਂ ਕਹਿ ਦਈਏ ਭਾਈ ਸਾਹਿਬ ਜੀ ਗੱਲ ਸੁਣੋ, ਸੇ ਸਤਿਕਾਰ ਹੀ ਸਤਿਕਾਰ ਹੈ। ਇਹ ਸਤਿਗੁਰੂ ਜੀ ਨੇ ਭਾਈ ਪਦ ਬਖਸ਼ਣਾ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੂੰ। ਸੁਨਤ ਸਿੱਖ ਸਮੁਦਾਏ। ਸਾਰੇ ਸਿੱਖਾਂ ਨੇ ਵੀ ਆਪਣੇ ਕੰਨਾਂ ਨਾਲ ਸਤਿਗੁਰੂ ਜੀ ਦਾ ਬਚਨ ਸੁਣੇ, ਅਰਥ ਵੀ ਸੁਣੇ, ਅਤੇ ਨਾਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਜਿਹੜਾ ਭਾਈ ਪਦ ਬਖਸ਼ਿਆ ਹੈ ਉਹ ਵੀ ਸਭ ਨੇ ਸੁਣਿਆ। ਉਸ ਦਿਨ ਤੋਂ ਭਾਈ ਬੁੱਢਾ ਸਾਹਿਬ ਜੀ ਹੋ ਗਏ। ਫਿਰ ਵੱਡੀ ਉਮਰਾਂ ਕਰਕੇ ਗੁਰੂ ਘਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਨਾਮ ਹੋਇਆ ਸੀ। ਇਸ ਤਰ੍ਹਾਂ ਸਤਿਗੁਰੂ ਹੀ ਹੈ, ਧੰਨ ਧੰਨ ਮਹਾਰਾਜ ਜਿਹੜੇ ਸਾਧ ਸੰਗਤ ਜੀ ਅਸੀਂ ਪਦੀਆਂ ਬਖਸ਼ਦੇ ਹੈ। 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ ਇਹੀ ਕਿਹਾ ਸੀ, ਇਨ ਗਰੀਬ ਸਿੱਖਨ ਕੋ ਦੇਹੋ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਵੀ ਇਹਨਾਂ ਨੂੰ ਅਸੀਂ ਨਿਮਾਣੇ ਨਹੀਂ ਰਹਿਣ ਦੇਣਾ, ਨੀਵੀਆਂ ਜਾਤਾਂ ਵਾਲੇ ਨਹੀਂ ਰਹਿਣ ਦੇਣਾ ਹੈ। ਇਹਨਾਂ ਨੂੰ ਤਾਂ ਅਸੀਂ ਪਾਤਸ਼ਾਹੀ ਬਖਸ਼ਣੀ ਹੈ, ਪਾਤਸ਼ਾਹੀ। ਅਤੇ ਪਾਤਸ਼ਾਹੀ ਬਖਸ਼ੀ ਵੇਖੋ, ਅੱਜ ਸਿੱਖ ਪਾਤਸ਼ਾਹ ਹੀ ਹੈ। ਪਾਤਸ਼ਾਹ ਲੋਕ ਹੀ ਦਾਨ ਕਰਦੇ ਹੈ, ਗੁਰੂ ਕੇ ਸਿੱਖ ਦਾਨ ਕਰਦੇ ਹੈ, ਭਾਵੇਂ ਕੋਈ ਜਾਣੇ ਨਾ ਜਾਣੇ, ਪਰ ਗੁਰੂ ਕੇ ਸਿੱਖਾਂ ਦੀ ਹਮੇਸ਼ਾ ਹੀ ਚੜ੍ਹਦੀ ਕਲਾ ਹੈ। ਸੱਚੇ ਪਾਤਸ਼ਾਹ ਜੀ ਨੇ ਐਸਾ ਰੁਤਬਾ ਬਖਸ਼ਿਆ। ਵੇਖੋ ਸਾਨੂੰ ਸਾਧ ਸੰਗਤ ਜੀ, ਭਾਵੇਂ ਸਾਡੇ 'ਚ ਖੋਟਤਾਈ ਹੈ ਵੀ ਅਸੀਂ ਢਿੱਲੇ ਹਾਂ, ਅਸੀਂ ਗੁਰੂ ਕੇ ਅੰਮ੍ਰਿਤ ਤੋਂ ਦੂਰ ਹਾਂ, ਅਸੀਂ ਗੁਰੂ ਦੀ ਸਿੱਖਿਆ ਤੋਂ ਦੂਰ ਹਾਂ, ਪਰ ਅਸੀਂ ਵੱਜਦੇ ਤਾਂ ਸਾਰੇ ਖਾਲਸਾ ਹੀ ਹੈ ਨਾ। ਖਾਲਸਾ ਬਣਨਾ ਤਾਂ ਬੜਾ ਔਖਾ। ਅਤੇ ਗੁਰੂ ਸਾਹਿਬ ਜੀ ਨੇ ਇੰਨੀ ਵਡਿਆਈ ਦਿੱਤੀ, ਇਹ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ।
ਪਰਮਾਤਮਾ ਦੀ ਮੌਜ ਨਾਲ ਇਹ ਪ੍ਰਗਟ ਕੀਤਾ ਹੈ ਖਾਲਸਾ ਪੰਥ। ਖਾਲਸਾ ਕਹੀਦਾ ਸ਼ੁੱਧ ਨੂੰ, ਸ਼ੁੱਧ ਕੌਣ? ਪਰਮੇਸ਼ਰ ਹੀ, ਹੋਰ ਤੇ ਕੋਈ ਸ਼ੁੱਧ ਹੈ ਨਹੀਂ। ਇਹ ਸ਼ੁੱਧ ਪੰਥ ਪੈਦਾ ਕੀਤਾ ਮਹਾਰਾਜ ਜੀ ਨੇ। ਉਹ ਤੇ ਅਸੀਂ ਅਸ਼ੁੱਧ ਆਪਣੇ ਆਪ ਹੀ ਹੋ ਰਹੇ ਹਾਂ, ਸਾਡੀ ਆਪਣੀ ਘਟਨਾ, ਉਹ ਸਾਡੀ ਆਪਣੀ ਕਮੀ ਹੈ। ਗੁਰੂ ਨੇ ਤੇ ਸਾਨੂੰ ਸੁੱਧ ਹੀ ਪ੍ਰਗਟ ਕੀਤਾ ਹੈ। ਤੇ ਮਹਾਰਾਜ ਜੀ ਨੇ ਤੇ ਕੇਸੋਦਾਸ ਪੰਡਤ ਜਦੋਂ ਕਹਿੰਦਾ ਵੀ ਇਹ ਜਿਹੜੇ ਨੀਚ ਜਾਤੀ ਦੇ ਐਵੇਂ ਨਕੰਮੇ ਨਕਾਰੇ, ਤੁਸੀਂ ਕਿ ਇਹਨਾਂ ਨੂੰ ਮਹਾਰਾਜ ਦਾਨ ਦੇਈ ਜਾਂਦੇ ਹੋ, ਅਸੀਂ ਬ੍ਰਾਹਮਣ ਹਾਂ। ਉਹ ਬ੍ਰਾਹਮਣ ਜਿਹੜੇ ਗੁਰੂ ਹੁੰਦੇ ਆ ਉਹਨਾਂ ਨੂੰ ਦਾਨ ਦੇਣਾ ਚਾਹੀਦਾ ਤੁਹਾਨੂੰ। ਤੇ ਮਹਾਰਾਜ ਨੇ ਉਸ ਵੇਲੇ ਬਚਨ ਲਿਖੇ ਕਹੇ ਸਨ, ਜੋ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਆਉਂਦੇ ਖਾਲਸਾ ਮਹਿਮਾ 'ਚ ਕਿਹਾ ਕਿ ਕੇਸੋਦਾਸ ਪੰਡਤ, ਜਿਨ੍ਹਾਂ ਨੂੰ ਤੂੰ ਨੀਚ ਜਾਤੀ ਵਾਲੇ ਨਿਮਾਣੇ ਕਹਿੰਦਾ ਹੈ, ਉਹ ਬੜਾ ਕੌਣ ਹੈ? ਉਹ ਮਹਾਨ ਹੈ। ਤੇ ਮਹਾਰਾਜ ਨੇ ਬਚਨ ਉਚਾਰਿਆ ਸੀ, ਯੁੱਧ ਜਿੱਤੇ ਇਨਹੀ ਕੇ ਪ੍ਰਸਾਦ, इन्हीं के प्रसाद सो दान करे, आगोग टरे इन्हीं के प्रसाद, इन्हीं की कृपा फन धाम भरे, इन्हीं की कृपा के सजे हम है, नहीं मोह से गरीब करोड़ भरे। गुरु साहब परमात्मा हो के अपने आप नूं गरीब उत्थे क्या है भी असीं मेरे वर्गे गरीब दे कई पए होए ते महान है गुरु साडे सिख, इन्नी वडियाई बख्शी। तो ये कहता भी तुसी साडी क्यों नहीं सेवा करते, असीं ब्राह्मण होने हैं। गुरु महाराज कहते सेव करे इन्हीं की भावत, और की सेव सहात न जी को, दान दो इन्हीं को भलो, और आन को दान ना लागत नीको, आगे फले इन्हीं को दयो जग में, जस और दो सफी को, मोह ग्राह में तानते मानते सिर लो तन है सब ही इन्हीं को। गुरु महाराज कहते भी इन्हां नूं दान देना सानूं चंगा लगदा, कहंदा महाराज दान देना चंगा लगदा, तुसीं की दिंदे हो गुरु इन्हां सिखां नूं? महाराज कहते मोह ग्राह में तानते मानते सिर लो तन है सब ही इन्हीं को, साडे पैर दे गूठे तो लैके सिर दी चोटी तक ही सारा कुछ सिखांदा, साडा कुछ भी नहीं। इन्नी वडियाई सच्चे पातशाह जी ने दित्ती। गुरु नानक साहब महाराज जी ने वही मार्ग, सच्चे पातशाह जी तो ही चलिया मार्ग। 10 गुरु साहबाना ने ਉਹੀ कला ਵਰਤਾਈ, 10 ਜੋਤਾਂ, एक जोत ने 10 जामिया विच प्रवेश करके। इस तरह बाबा बुढ़ा साहब ने भाई पद बख्शिया। जो बाबा बुढ़ा साहब जी ने सिफत की महाराज की साध संगत जी, वो भी कहण कथन तो परे ही है। आपां कदी सोच भी नहीं सकते इन्ना कुछ गुरु नूं कहना, सानू तो नाम लैना ही नहीं पूरा गुरु महाराज का हुंदा। असीं तो गुरु की वडियाई की कर सकते हैं, असीं तो भुल्लण ही आ, भुल्लण वाले ही आ। भुल्लण आदर सब को भुल गुरु करतार, धन है गुरु के सिख, धन है भाई संतोख सिंह जी, जिन्हों ने इन्ना गुरु महाराज सोहना इतिहास लिखिया है। तो देशां विदेशां विच किन्ने विद्वानां दी रोटी बनी हुई है, तो किन्ने विद्वान इतों कथा करके चंगे चंगे कथावाचक कहाउंदे, फलाना बड़ा कथावाचक है, धिंगाणा बड़ा कथावाचक है, बड़ा ज्ञानी है। वो महान ज्ञानी है जिन्होंने वेखो इन्ना इतिहास अपने हत्थीं लिखिया, उन्हां वर्गा ज्ञानी बनना कित्थे वस पिया है। ये तो महाराज दे सिख बड़े एक दू एक चढ़ंदिया कौन जाने मेरा नाम जियो, एक तो एक चढ़दियाँ रूहां गुरु घर सन। उन्हां दी बदौलत ही जिहड़ी गुरु की आपां कथा विचार श्रवण करते हैं। साध संगत जी भुल्लां चुगां दी खिमा करनी, खेलियां पंक्तियां पढ़ के समाप्ति करिए। रहिंदा जो प्रसंग आपां कल श्रवण कर लवांगे। श्री बुढ़े अष्टक करियो, सुन सतगुर समुदाय, भाई पद बख्शन करियो, सुनत सिख समुदाय। वाहिगुरु जी का खालसा, वाहिगुरु जी की फतेह।